ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਮਨਪ੍ਰੀਤ ਰੰਧਾਵਾ, ਸੀਨੀਅਰ ਪੱਤਰਕਾਰ। ਮਨਪ੍ਰੀਤ ਜੀ ਆਇਆ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ। ਪੰਜਾਬੀਓ, ਮੈਨੂੰ ਬੜੀ ਚੰਗੀ ਤਰ੍ਹਾਂ ਅੰਦਾਜ਼ਾ ਹੈ ਕਿ ਤੁਸੀਂ ਵਰਤਮਾਨ 'ਚ ਜੀਨੇ ਹੋ। ਪੁਰਾਣੀਆਂ ਘਟਨਾਵਾਂ ਐਂ ਤੇ ਨਹੀਂ ਭੁੱਲ ਜਾਂਦੇ ਹੋ, ਪਰ ਯਾਦ ਰੱਖ ਲਿਆ ਕਰੋ, ਇੱਕ ਵਾਰੀ ਕੈਪਟਨ ਸਾਹਿਬ ਨੇ ਬਾਦਲ ਕਿਆਂ ਤੇ ਕੇਸ ਦਰਜ ਕਰਾਇਆ ਸੀ ਆਮਦਨ ਤੋਂ ਵੱਧ ਜਾਇਦਾਦ ਦਾ, ਤੇ ਬਾਅਦ ਦੇ ਵਿੱਚ ਉਹ ਬਾਦਲਾਂ ਦੇ ਆਉਣ ਤੇ ਵਾਪਸ ਹੋ ਗਿਆ। ਅਜੇ ਵੀ ਧੂੜ ਕਿਤੇ ਉੱਡਦੀ ਦਿਸਦੀ ਆ ਹਾਈ ਕੋਰਟਾਂ 'ਚ। ਲੇਕਿਨ ਦੂਜੇ ਬੰਨੇ ਜਦੋਂ ਸਿਟੀ ਸੈਂਟਰ ਘੁਟਾਲਾ ਆਇਆ ਤੇ ਉਹ ਵੀ ਹੌਲੀ ਜੀ ਵਾਪਸ ਹੋ ਗਿਆ। ਹੁਣ ਸੁਪਰੀਮ ਕੋਰਟ ਆਖਦੀ ਆ ਬਈ ਰਲ ਕੇ ਨਾ ਖੇਡੋ, ਅਸੀਂ ਬੈਠੇ ਆ ਅਜੇ। ਇਹਦੇ ਉੱਤੇ ਗੱਲ ਕਰਾਂਗੇ। ਬੜਾ ਇੱਕ ਰੈਲੇਵੈਂਟ ਫੈਸਲਾ ਸੁਪਰੀਮ ਕੋਰਟ ਦਾ ਹੈ। ਲੇਕਿਨ ਜੇ ਥੋੜਾ ਜਿਹਾ ਅੱਗੇ ਤੁਰਦੇ ਆ ਤੇ ਦਿੱਲੀ 'ਚ ਕੈਪਟਨ ਅਮਰਿੰਦਰ ਸਿੰਘ ਦੀਆਂ ਗੱਡੀਆਂ ਦੀ ਧੂੜ ਉੱਡਦੀ ਰਹੀ। ਹੁਣ ਸ਼ਰੀਕ ਕਹਿੰਦੇ ਆ ਸਾਨੂੰ ਵੀ ਸੁਣੋ ਜੀ, ਐ ਨਹੀਂ ਹੁੰਦਾ, ਖੇਡਣਾ ਤਾਂ ਨਿਯਮਾਂ ਖੇਡੋ। ਤੀਜੇ ਬੰਨੇ ਜਦੋਂ ਬਾਦਲਕਿਆਂ ਦੀ ਮੁਸ਼ਕਲ ਬਣਦੀ ਹੈ ਤਾਂ ਪੰਥ ਖਤਰੇ 'ਚ ਹੁੰਦਾ। ਜਦੋਂ ਦੂਜੀਆਂ ਪਾਰਟੀਆਂ ਖਤਰੇ 'ਚ ਹੁੰਦੀਆਂ ਤਾਂ ਉਹਨਾਂ ਨੂੰ ਦੇਸ਼ ਦੀ ਜਿਹੜੀ ਸੁਰੱਖਿਆ ਉਹ ਖਤਰੇ 'ਚ ਦਿਸਦੀ ਆ। ਕੱਲ ਕੈਪਟਨ ਸਾਹਿਬ ਅਮਿਤ ਸ਼ਾਹ ਜੀ ਨੂੰ ਵੀ ਮਿਲਿਆ ਤੇ ਉਹਨਾਂ ਨੇ ਬੜੀਆਂ ਕੰਪਨੀਆਂ ਦੀ ਮੰਗ ਕੀਤੀ ਹੈ ਕਿ ਸਾਨੂੰ ਫੋਰਸਸ ਦਿਓ, ਇੱਥੇ ਮੁਸ਼ਕਲ। ਹਾਂ ਠੀਕ ਹੈ, ਚਲੋ ਇਹ ਥ੍ਰੈਟ ਰਹਿੰਦੇ ਨੇ ਕਿਉਂਕਿ ਬਾਰਡਰ ਸਟੇਟ ਹੈ, ਲੇਕਿਨ ਇਹ ਚੋਣਾਂ ਦੇ ਲਾਗੇ ਜਾ ਕੇ ਕਾਫੀ ਤੇਜ਼ੀ ਨਾਲ ਵਾਪਰਦੇ ਘਟਨਾਕ੍ਰਮ ਦੇਖਣਾ ਹੋਊਗਾ। ਇੱਕ ਹੋਰ ਸੁਪਰੀਮ ਕੋਰਟ ਦਾ ਫੈਸਲਾ ਜਿਹਦੇ 'ਚ ਡਾਢਿਆਂ ਦੇ ਉੱਤੇ ਉਹਨਾਂ ਨੇ ਜੁਰਮਾਨੇ ਲਾਏ ਆ, ਜਿਹਦੇ 'ਚ ਬੀਜੇਪੀ ਵੀ ਸ਼ਾਮਲ ਹੈ, ਕਾਂਗਰਸ ਵੀ ਸ਼ਾਮਲ ਹੈ ਤੇ ਸਾਡੇ ਜਿਹੜੇ ਇਨਕਲਾਬੀ ਲੋਕ ਹੁੰਦੇ ਸੀ ਕਾਮਰੇਡ ਵੀ ਸ਼ਾਮਲ ਹੈ। ਖੈਰ ਐਨਸੀਪੀ ਵਰਗਿਆਂ ਦਾ ਹੋਣਾ ਹੀ ਸੀ, 4-4 ਲੱਖ ਰੁਪਏ ਮੜਤੇ ਗਏ। ਲੇਕਿਨ ਮਨਪ੍ਰੀਤ ਜੀ, ਇਹ ਘਟਨਾਵਾਂ ਤਾਂ ਐਂ ਹੀ ਵਹਿੰਦੀਆਂ ਰਹਿੰਦੀਆਂ ਨੇ, ਲੇਕਿਨ ਪੰਜਾਬ ਮੰਤਰੀ ਮੰਡਲ ਦੇ ਫੇਰ ਬਦਲ ਸੰਬੰਧੀ ਵੀ ਦੁਬਦਾ ਵਰਗੀਆਂ ਸਥਿਤੀਆਂ ਨੇ ਕਿ ਇਹ ਸਹਿਮਤੀ ਮਿਲ ਗਈ ਹੈ ਕਿ ਨਹੀਂ ਮਿਲ ਗਈ। ਮੁੜ ਕੇ ਪਰਤਦੇ ਆ, ਤੁਹਾਨੂੰ ਯਾਦ ਹੋਣੇ ਨੇ ਉਹ ਸਾਰੇ ਦੇ ਸਾਰੇ ਕੇਸ ਮੁੜ ਕੇ ਜਿਹੜੇ ਚੁੱਪ ਚਪੀਤੇ ਵਾਪਸ ਹੋ ਜਾਂਦੇ ਤੇ ਸਾਰੇ ਦੁੱਧ ਧੋਤੇ ਸਾਫ਼ ਸਫਾਫ ਐਨ ਬਰੀ। ਕੀ ਕਹਿੰਦੇ ਹੋ? ਇੱਥੇ ਤਾਂ ਲਗਭਗ ਅੱਧੀ ਸਦੀ ਸ਼ਰਾਬ ਨਜਾਇਜ਼ ਕੱਢਣ ਦੇ ਸ਼ਰਾਬੀ ਕੇਸ ਵੀ ਤੁਰੇ ਰਹਿੰਦੇ ਆ, ਕਦੇ ਵਾਪਸ ਨਹੀਂ ਹੁੰਦੇ, ਦੋ ਪੀੜ੍ਹੀਆਂ ਭੁਗਤਦੀਆਂ ਨੇ। ਤੇ ਆਹ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ, ਇਹਦੇ ਤੇ ਟਿੱਪਣੀ ਦਿਓ। ਬਿਲਕੁਲ ਰੰਧਾਵਾ ਜੀ, ਜਿਹੜੀ ਤੁਹਾਡੀ ਗੱਲ ਦੀ ਸ਼ੁਰੂਆਤ ਤੇ ਮੈਨੂੰ ਯਾਦ ਆ ਗਈ ਉਹ ਦਿਨ ਜਦੋਂ ਵਿਜੀਲੈਂਸ ਬਿਊਰੋ ਪੰਜਾਬ ਦਾ ਬਾਦਲਾਂ ਦੇ ਖਿਲਾਫ ਪਹਿਲੀ ਟਰਮ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਆਉਂਦੇ ਨੇ ਤੇ ਇੱਕ ਮੁਹਿੰਮ ਛੇੜਦੇ ਨੇ। ਤੇ ਗੱਲ ਉਦੋਂ ਰੰਧਾਵਾ ਜੀ ਇਹ ਹੁੰਦੀ ਹੈ ਕਿ ਇਹਨਾਂ ਕੋਲੇ 3,500 3500 ਕਰੋੜ ਦੀ ਇਹਨਾਂ ਕੋਲ ਪ੍ਰਾਪਰਟੀ ਹੈ। ਇਹ ਗੱਲ ਕਿਹਾ ਹੈ 3,500 ਕਰੋੜ ਦੀ। ਬਾਅਦ ਚ ਜਦੋਂ ਚਲਾਨ ਪੇਸ਼ ਹੁੰਦਾ ਰੰਧਾਵਾ ਜੀ, ਉਹ ਹੁੰਦਾ ਸਿਰਫ 78 ਕਰੋੜ ਦਾ, 78 ਕਰੋੜ ਦਾ। ਕਹਿਣ ਦਾ ਮਤਲਬ ਰੰਧਾਵਾ ਜੀ, ਇਹ ਜਿਹੜੇ ਦਾਅਵੇ ਕੀਤੇ ਜਾਂਦੇ ਆ ਪੋਲੀਟੀਕਲੀ, ਠੀਕ ਆ, ਉਹ ਵੱਖਰੇ ਹੁੰਦੇ ਆ ਤੇ ਜਦੋਂ ਵਾਕਿਆ ਜਿਹੜੀ ਹਕੀਕਤ ਹੁੰਦੀ ਆ ਉਹ ਬਹੁਤ ਹਕੀਕਤ ਤੋਂ ਦੂਰ ਹੁੰਦੀ ਆ। ਹੁਣ ਆਉਂਦੇ ਆ ਆਪਾਂ ਇਹ ਸੁਪਰੀਮ ਕੋਰਟ ਦੀ ਤੁਸੀਂ ਗੱਲ ਕਰੀ, ਬੜੀ ਅਹਿਮ ਗੱਲ ਆ। ਦੇਖੋ ਇਹ ਕੀ ਕਰਦੇ, ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ। ਸੰਦਰਭ ਮੈਂ ਦੱਸ ਦਿੰਦਾ, ਜਦੋਂ ਬਿਹਾਰ ਦੀਆਂ ਇਲੈਕਸ਼ਨਾਂ ਹੁੰਦੀਆਂ ਨੇ, ਚੋਣਾਂ ਹੁੰਦੀਆਂ ਨੇ ਸੰਨ 2020 ਦੇ ਵਿੱਚ, ਪਿਛਲੇ ਸਾਲ ਨਵੰਬਰ ਦੇ ਮਹੀਨੇ ਦੇ ਵਿੱਚ। ਉਸ ਤੋਂ ਪਹਿਲਾਂ ਫਰਵਰੀ ਦੇ ਮਹੀਨੇ ਸੰਨ 2020, ਪਿਛਲੇ ਸਾਲ ਦੀ ਮੈਂ ਗੱਲ ਕਰ ਰਿਹਾ, ਇੱਕ ਫੈਸਲਾ ਆਉਂਦਾ ਸੁਪਰੀਮ ਕੋਰਟ ਦਾ। ਸੁਪਰੀਮ ਕੋਰਟ ਕਹਿੰਦਾ ਕਿ ਭਾਈ ਜਿੰਨੇ ਤੁਹਾਡੇ MLA ਨੇ, ਵਿਧਾਇਕ ਤੁਸੀਂ ਖੜੇ ਕੀਤੇ ਨੇ, ਕੈਂਡੀਡੇਟ, ਸਾਰੀਆਂ ਪਾਰਟੀਆਂ ਨੂੰ, ਸਾਰੀਆਂ ਸਿਆਸੀ ਪਾਰਟੀਆਂ ਨੂੰ ਕਿਹਾ ਜਾਂਦਾ ਕਿ ਉਹਨਾਂ ਦੇ ਜਿਹੜੇ ਕ੍ਰਿਮੀਨਲ ਰਿਕਾਰਡ ਨੇ ਉਹ ਤੁਸੀਂ ਜਿਹੜੇ ਅਖਬਾਰਾਂ ਦੇ ਵਿੱਚ ਛਾਇਆ ਕਰੋ, ਸੋਸ਼ਲ ਮੀਡੀਆ ਤੇ ਪਾਓ, ਜਨਤਕ ਕਰੋ, ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਕਿਹੜੇ ਕਿਹੜੇ ਕੈਂਡੀਡੇਟ ਤੁਸੀਂ ਲੈ ਕੇ ਆਉਂਦੇ ਆ ਤੇ ਉਹਨਾਂ ਦਾ ਪਿਛੋਕੜ ਕੀ ਹੈ ਤੇ ਉਹਨਾਂ ਦਾ ਕ੍ਰਿਮੀਨਲ ਰੈਕਡ ਕੀ ਆ। ਇਹਨਾਂ ਨੇ ਇਸ ਤਰ੍ਹਾਂ ਦਾ ਕੁਝ ਕੀਤਾ ਨਹੀਂ, ਔਰ ਉਹਦੇ ਵਿੱਚ ਬੜੇ ਸੰਗੀਨ ਇਸ ਤਰ੍ਹਾਂ ਦੇ ਮਾਮਲੇ ਨੇ ਰੰਧਾਵਾ ਜੀ। ਖੈਰ ਇਹਨਾਂ ਨੇ ਉਸ ਅਦਾਲਤ ਦੀ ਜਿਹੜੇ ਹੁਕਮ ਸੀ ਉਹਦੀ ਇੱਕ ਤਰ੍ਹਾਂ ਦੀ ਤੋਹੀਨ ਕਰਤੀ। ਕੰਟੈਂਪਟ ਆਫ ਕੋਰਟ ਦੇ ਵਿੱਚ ਅਦਾਲਤ ਨੇ ਹੁਣ ਇਹਨਾਂ ਨੂੰ ਖਿੱਚਿਆ ਕਿ ਤੁਸੀਂ ਬਿਹਾਰ ਦੀਆਂ ਇਲੈਕਸ਼ਨਾਂ ਵਿੱਚ ਇਹ ਕਿਉਂ ਨਹੀਂ ਕੀਤਾ। ਉਹਦੇ ਵਿੱਚ ਸਭ ਤੋਂ ਦੋ ਪਾਰਟੀਆਂ ਦਾ ਮੈਂ ਦੱਸਦਾ ਜਿਨ੍ਹਾਂ ਨੂੰ 5-5 ਲੱਖ ਦੇ ਜੁਰਮਾਨੇ ਹੋਏ ਆ। ਇੱਕ ਤਾਂ ਹੈ ਨੈਸ਼ਨਲਿਸਟ ਕਾਂਗਰਸ ਪਾਰਟੀ, ਸ਼ਰਦ ਪਵਾਰ, 4 ਲੱਖ ਦੇ ਜੀ, ਤੇ ਦੂਸਰਾ ਹੈ ਜਿਹੜੀ CPIM। ਇਹ ਦੋ ਪਾਰਟੀਆਂ ਹੋ ਗਈਆਂ ਤੇ ਇਸ ਤੋਂ ਇਲਾਵਾ ਟੋਟਲ 8 ਪਾਰਟੀਆਂ ਹੋਈਆਂ। ਕਾਂਗਰਸ, ਭਾਰਤੀ ਜਨਤਾ ਪਾਰਟੀ, RJD, ਜਨਤਾ ਦਲ ਤੇ ਜਿਹੜੀ ਲੋਕ ਜਨ ਸ਼ਕਤੀ ਪਾਰਟੀ ਹੈ ਦਾ CPI, ਇਹ ਸਾਰੀਆਂ ਪਾਰਟੀਆਂ ਨੂੰ 1-1 ਲੱਖ ਰੁਪਏ ਦਾ ਜੁਰਮਾਨਾ ਹੋਇਆ। ਜਿਹੜੀ NCP ਹੈ ਤੇ CPIM ਆ,
ਇਹਨਾਂ ਨੇ ਤਾਂ ਰੰਧਾਵਾ ਜੀ ਅਨਕੰਡੀਸ਼ਨਲ, ਜਿਨ੍ਹਾਂ ਨੂੰ ਬਿਨਾਂ ਕਿਸੇ ਕੰਡੀਸ਼ਨ ਤੋਂ ਮਾਫੀ ਵੀ ਮੰਗੀ ਆ। ਹੁਣ ਮੈਂ ਥੋੜਾ ਜਿਹਾ ਇਹ ਦੱਸ ਦਿੰਨਾ ਕਿ ਉਹਨਾਂ ਨੇ ਕਿਹਾ ਕਿ ਜਿੰਨੇ ਤੁਸੀਂ ਕੈਂਡੀਡੇਟਸ ਖੜੇ ਕੀਤੇ ਨੇ ਸੁਪਰੀਮ ਕੋਰਟ ਦੇ ਵਿੱਚ, ਜਦੋਂ ਗੱਲਾਂ ਆਈਆਂ, ਸੁਪਰੀਮ ਕੋਰਟ ਨੇ ਆਪਣੇ ਪੁਰਾਣੇ ਫੈਸਲੇ ਨੂੰ ਹੀ ਉਹਦੇ ਵਿੱਚ ਹੀ ਸੋਧ ਕੀਤੀ ਆ, ਜਿਹੜਾ ਸੰਨ 2020 ਦੇ ਵਿੱਚ ਫਰਵਰੀ ਦੇ ਮਹੀਨੇ 'ਚ ਆਇਆ ਸੀ। ਉੱਥੇ ਇੱਕ ਗੱਲ ਇਹ ਵੀ ਪਤਾ ਲੱਗੀ ਕਿ ਜਿੰਨੇ ਕੈਂਡੀਡੇਟਸ ਖੜੇ ਨੇ, ਜਿੰਨੇ ਕੈਂਡੀਡੇਟਸ ਨੇ ਭਾਗ ਲਿਆ ਬਿਹਾਰ ਦੀਆਂ ਚੋਣਾਂ ਦੇ ਵਿੱਚ, ਜਿੱਤੇ ਹੋਏ ਕੈਂਡੀਡੇਟਸ ਦੇ ਵਿੱਚ 51% ਕੈਂਡੀਡੇਟਸ ਉਹ ਨੇ, ਵਿਧਾਇਕ ਉਹ ਨੇ ਜਿਹੜੇ ਜਿਨ੍ਹਾਂ ਦੇ ਉੱਤੇ ਬੜੇ ਸੰਗੀਨ ਮਾਮਲੇ ਨੇ, ਉਹਨਾਂ ਤੇ ਮਰਡਰ ਦੇ ਨੇ, ਅਟੈਂਪਟ ਟੂ ਮਰਡਰ ਦੇ ਨੇ, ਉਹਨਾਂ ਤੇ ਰੇਪ ਦੇ ਚਾਰजेस ਨੇ, ਇਸ ਤਰ੍ਹਾਂ ਦੇ ਚਾਰजेस ਆ। ਸੋ ਇਹ ਗੱਲ, ਇੱਕ ਤਾਂ ਇਹ ਗੱਲ ਹੋ ਗਈ, ਇਹਨਾਂ ਨੇ ਮਾਫੀ ਮੰਗੀ ਆ ਤੇ ਉਮੀਦ ਕੀਤੀ ਜਾਂਦੀ ਹੈ ਕਿ ਅੱਗੇ ਤੋਂ ਜਿੰਨੇ ਵੀ ਕ੍ਰਿਮੀਨਲ ਰਿਕਾਰਡ ਹੋਣਗੇ, ਕੋਰਟ ਨੇ ਇਸ ਗੱਲ ਦਾ ਵੀ ਸੰਗਿਆਨ ਲਿੱਤਾ, ਇਸ ਗੱਲ ਨੂੰ ਵੀ ਮੰਨਿਆ ਕਿ ਹਾਂ ਇਹਦੇ 'ਚ ਬਹੁਤ ਸਾਰੇ ਕੇਸ ਜਿਹੜੇ ਆ ਉਹ ਪੋਲੀਟੀਕਲੀ ਮੋਟੀਵੇਟਿਡ ਹੋ ਸਕਦੇ ਆ, ਵੈਂਡੇਟਾ ਵਾਲੇ ਹੋ ਸਕਦੇ ਆ, ਪਰ ਕਮ ਸੇ ਕਮ ਉਹਨਾਂ ਦੀ ਜਾਂਚ ਹੋਵੇ, ਉਹਨਾਂ ਦੀ ਜਾਣਕਾਰੀ ਲੋਕਾਂ ਨੂੰ ਤੁਸੀਂ ਦਿਓ। ਦੂਸਰੀ ਗੱਲ ਜਿਹੜੀ ਆਉਂਦੇ ਆ ਆਪਾਂ, ਬੜੀ ਇੰਪੋਰਟੈਂਟ ਆ, ਉਹਨਾਂ ਨੇ ਕਿਹਾ ਕਿ ਅੱਗੇ ਤੋਂ ਜਦੋਂ ਵੀ ਇਸ ਤਰ੍ਹਾਂ ਤੁਸੀਂ ਕੈਂਡੀਡੇਟ ਨੂੰ ਖੜਾ ਕਰਦੇ ਹੋ ਚੋਣਾਂ ਦੇ ਵਿੱਚ, 48 ਘੰਟਿਆਂ ਦੇ ਅੰਦਰ, 48 ਆਵਰਸ ਦੇ ਅੰਦਰ ਉਹਦੀ ਜਾਣਕਾਰੀ ਜਨਤਾ ਦੇ ਤੁਸੀਂ ਉਹ ਛਾਇਆ ਕਰੋ, ਜਨਤਾ ਦੇ ਅੱਗੇ ਲੈ ਕੇ ਆਓ, ਅਖਬਾਰਾਂ ਰਾਹੀਂ, ਮੀਡੀਆ ਰਾਹੀਂ, ਸਾਰੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ। ਅੱਗੇ ਤੋਂ ਤੁਹਾਨੂੰ ਕੋਈ ਲੁਕਾਉਣ ਛੁਪਾਉਣ ਦੀ ਉਹਨੂੰ ਜ਼ਰੂਰਤ ਨਹੀਂ ਆ, ਨਹੀਂ ਤਾਂ ਫੇਰ ਇਸ ਨੂੰ ਕੰਟੈਂਪਟ ਮੰਨਿਆ ਜਾਊਗਾ, ਅਦਾਲਤ ਦੀ ਤੋਹੀਨ ਮੰਨੀ ਜਾਊਗੀ। ਪਰ ਮਨਪ੍ਰੀਤ ਜੀ, ਇਹਦੇ 'ਚ ਜਿਹੜਾ ਦੂਜਾ ਫੈਸਲਾ ਮੈਂ ਜਿਹਦੇ ਤੇ ਜ਼ਿਆਦਾ ਫੋਕਸ ਕਰ ਰਿਹਾ ਸੀ, ਉਹ ਇਹ ਸੀਗਾ ਕਿ ਹਾਈ ਕੋਰਟ ਦੀ ਮਨਜ਼ੂਰੀ ਦੇ ਬਿਨਾਂ ਜਿਹੜੀਆਂ ਸਟੇਟ ਗਵਰਨਮੈਂਟਸ ਨੇ ਉਹ ਐਮਐਲਏਜ਼ ਔਰ ਐਮਪੀਜ਼ ਦੇ ਖਿਲਾਫ ਉਹ ਕੇਸ ਵਾਪਸ ਨਹੀਂ ਲੈ ਸਕਣਗੀਆਂ ਹਾਈ ਕੋਰਟ ਦੀ ਮਨਜ਼ੂਰੀ ਤੋਂ ਬਿਨਾਂ। ਇਹ ਖਬਰ ਵੀ ਬੜੀ ਅਹਿਮ ਆ, ਜਿਹਦੇ ਵਿੱਚ ਮੈਨੂੰ ਲੱਗਦਾ ਕਿ ਚੀਫ ਜਸਟਿਸ ਆਫ ਇੰਡੀਆ ਵੈਂਕਟਰਮਨਾ ਤੇ ਜਸਟਿਸ ਸੂਰਿਆਕਾਂਤ ਤੇ ਵਨੀਤ ਸਰੀਨ ਦੇ 3 ਜੱਜਾਂ ਵਾਲੇ ਬੈਂਚ ਨੇ ਜਿਹੜੀ ਸੁਣਵਾਈ ਇਹਦੇ ਤੇ ਕੀਤੀ ਆ, ਉਹ ਇਹ ਆ ਕਿ ਸਰਕਾਰੀ ਵਕੀਲ ਹਾਈ ਕੋਰਟ ਦੀ ਇਜਾਜ਼ਤ ਤੋਂ ਬਗੈਰ ਅਪਰਾਧਿਕ ਪ੍ਰਕਿਰਿਆ ਦੇ ਤਹਿਤ ਦੋਸ਼ੀ ਕਾਨੂੰਨ ਨਿਰਮਾਤਾਵਾਂ, ਐਮਐਲਏ ਤੇ ਐਮਪੀ ਜਿਹੜੇ ਕਾਨੂੰਨ ਘੜਦੇ ਦੇ ਵਿਰੁੱਧ ਦਰਜ ਅਪਰਾਧਿਕ ਮਾਮਲੇ ਵਾਪਸ ਨਹੀਂ ਲੈ ਸਕਦੇ। ਇਹ ਟਿੱਪਣੀਆਂ ਇਹਨਾਂ 3 ਜੱਜਾਂ ਨੇ ਕੀਤੀਆਂ ਨੇ ਔਰ ਇਹਦੇ ਵਿੱਚ ਉਹਨਾਂ ਨੇ ਸਾਫ਼ ਲਫ਼ਜ਼ਾਂ 'ਚ ਕਿਹਾ ਕਿ ਉਹ ਸਿਆਸਤਦਾਨ ਜਿਨ੍ਹਾਂ ਦੇ ਵਿਰੁੱਧ ਮਾਮਲਿਆਂ ਦੀ ਜਾਂਚ ਸੁਪਰੀਮ ਕੋਰਟ 'ਚ ਵਿਸ਼ੇਸ਼ ਬੈਂਚ, ਮਤਲਬ ਉਹ ਕਹਿੰਦੇ ਜੀ ਅਸੀਂ ਇਹਦੇ 'ਚ ਇੱਕ ਵਿਸ਼ੇਸ਼ ਬੈਂਚ ਵੀ ਕਾਇਮ ਕਰਨ ਬਾਰੇ ਵਿਚਾਰ ਕਰ ਰਹੇ ਹਾਂ ਇਹਨਾਂ ਕੇਸਾਂ ਦੇ ਬਾਰੇ 'ਚ, ਕਿਉਂਕਿ ਸਿਆਸਤਦਾਨਾਂ ਵਿਰੁੱਧ ਅਪਰਾਧਿਕ ਮਾਮਲਿਆਂ ਦੇ ਛੇਤੀ ਨਿਪਟਾਰੇ ਦੇ ਮਾਮਲੇ 'ਚ ਜਿਹੜੀ ਈਡੀ ਦੀ ਸਥਿਤੀ ਰਿਪੋਰਟ ਤੇ ਬਾਕੀ ਜਿਹੜੀਆਂ ਰਿਪੋਰਟਾਂ ਛਾਇਆ ਹੁੰਦੀਆਂ ਇਹ ਤੋਂ ਪਹਿਲਾਂ, ਉਹਦੇ ਤੇ ਉਹਨਾਂ ਇਤਰਾਜ਼ ਵੀ ਜ਼ਾਹਰ ਕੀਤਾ ਹੈ। ਲੇਕਿਨ ਜਿਹੜੀ ਸਰਕਾਰ ਆ ਉਹ ਕਹਿ ਰਹੀ ਆ ਸੀਬੀਆਈ ਨੂੰ ਲੈ ਕੇ ਕਿ ਅਜੇ ਅਸੀਂ ਸਥਿਤੀ ਰਿਪੋਰਟ ਤੁਹਾਨੂੰ ਦਾਇਰ ਨਹੀਂ ਕੀਤੀ, ਅਜੇ ਤੱਕ ਅਸੀਂ ਤੁਹਾਨੂੰ ਐਕਚੁਅਲ ਸਥਿਤੀ ਨਹੀਂ ਦੱਸੀ ਕਿ ਪੂਰੇ ਦੇਸ਼ ਵਿੱਚ ਇਸ ਤਰ੍ਹਾਂ ਦੇ ਕਿੰਨੇ ਕੁ ਮਾਮਲੇ ਆ। ਪਰ ਦਿਲਚਸਪ ਗੱਲ ਇਹ ਆ ਕਿ ਸੁਪਰੀਮ ਕੋਰਟ ਇਹ ਕਹਿ ਰਿਹਾ ਕਿ ਅਸੀਂ ਇਸ ਤਰ੍ਹਾਂ ਦਾ ਇੱਕ ਵਿਸ਼ੇਸ਼ ਬੈਂਚ ਵੀ ਕਾਇਮ ਕਰਨ ਦਾ ਇਰਾਦਾ ਰੱਖਦੇ ਹਾਂ, ਲੇਕਿਨ ਜਿਹੜੇ ਸਰਕਾਰੀ ਵਕੀਲ ਆ ਸਟੇਟਾਂ 'ਚ ਬੈਠੇ ਆ, ਰਾਜ ਸਰਕਾਰਾਂ ਦੇ ਆਪਣੇ ਨੇ, ਉਹ ਇਹੋ ਜਿਹੀਆਂ ਕਾਰਵਾਈਆਂ ਕਰਨ ਤੋਂ ਪਹਿਲਾਂ ਮਾਣਯੋਗ ਉੱਚ ਅਦਾਲਤ ਤੋਂ ਪ੍ਰਵਾਨਗੀ ਲੈਣ ਕਿ ਕਿਸੇ ਪੋਲੀਟੀਸ਼ੀਅਨ ਦੇ ਖਿਲਾਫ ਕੇਸ ਵਾਪਸ, ਕਿਉਂਕਿ ਤੁਸੀਂ ਮੁੱਖ ਮੰਤਰੀ ਨਾਲ ਬਹਿ ਜਾਂ ਸਰਕਾਰ ਦੇ ਕਿਸੇ ਵੱਡੇ ਥੰਮ ਕੋਲ ਚਲੇ ਗਏ ਤੇ ਫੈਸਲਾ ਹੋ ਗਿਆ ਕਿ ਚਲੋ ਕੋਈ ਨਹੀਂ ਜੀ, ਵਿਜੀਲੈਂਸ ਨੂੰ ਕਹਿ ਦਿੰਦੇ ਆ ਇਹ ਕਰ ਦਿਓ ਜੀ ਵਾਪਸ, ਸਾਡੇ ਇੱਥੇ ਕੁਝ ਨਹੀਂ ਨਿਕਲਿਆ। ਇਹੀ ਹੁੰਦਾ ਨਾ ਸਰ ਕਿ ਸਾਡੇ ਕੋਲ ਕੋਈ ਐਪਰੋਪਰੀਏਟ ਸਬੂਤ ਹੈ ਨਹੀਂ ਗੇ ਤੇ ਜਾ ਕੇ ਦਾਇਰ ਕਰ ਦੋ ਵਾਪਸ ਲੈਣ ਲਈ। ਕੀ ਕਹਿੰਦੇ ਹੋ? ਬਿਲਕੁਲ ਠੀਕ ਗੱਲ ਆ। ਆਪਸ ਦੇ ਵਿੱਚ ਰਲ ਕੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਆ, ਵਿਰੋਧੀ ਪਾਰਟੀਆਂ ਹੋਈਆਂ ਜਾਂ ਜਿਹੜੀਆਂ ਸੱਤਾ ਦੇ ਵਿੱਚ ਪਾਰਟੀ ਬੈਠੀਆਂ ਹੁੰਦੀਆਂ ਪਾਰਟੀਆਂ, ਉਹ ਆਪਸ ਦੇ ਵਿੱਚ ਰਲ ਕੇ ਮਿਲ ਕੇ ਕਈ ਤਰ੍ਹਾਂ ਦੇ ਮਾਮਲੇ ਸੁਲਝਾ ਲੈਂਦੇ ਆ, ਕਿਉਂਕਿ ਪਹਿਲਾਂ ਤਾਂ ਬੜੀ ਪੋਲੀਟੀਕਲ ਪੋਸਚਰਿੰਗ ਜਿਹਨੂੰ ਕਹਿੰਦੇ ਆ, ਬਿਆਨਬਾਜ਼ੀ ਹੁੰਦੀ ਆ, ਟਿੱਪਣੀਆਂ ਹੁੰਦੀਆਂ ਇੱਕ ਦੂਸਰੇ ਦੇ ਖਿਲਾਫ, ਵਿਰੋਧ ਦੇ ਵਿੱਚ ਚੋਣਾਂ ਲੜੀਆਂ ਜਾਂਦੀਆਂ। ਜਦੋਂ ਸੱਤਾ 'ਚ ਆ ਜਾਂਦੀ ਹੈ ਕੋਈ ਨਾ ਕੋਈ ਧਿਰ, ਤੇ ਫਿਰ ਜਿਹੜੀਆਂ ਵਿਰੋਧੀ ਪਾਰਟੀਆਂ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨਾਲ ਗੰਢ ਧੁੱਪ ਕਰਕੇ ਉਹ ਸਾਰੇ ਮਾਮਲੇ ਆ ਉਹ ਰਫਾ ਦਫਾ ਹੋ ਜਾਂਦੇ, ਇਹ 'ਚ ਕੋਈ ਸ਼ੱਕ ਨਹੀਂ। ਇਸੇ ਕਰਕੇ ਸੁਪਰੀਮ ਕੋਰਟ ਨੂੰ ਇੰਨੀ ਅਹਿਮ ਜਿਹੜਾ ਉਹ ਟਿੱਪਣੀ ਕਰਨੀ ਪਈ ਤੇ ਇੰਨਾ ਅਹਿਮ ਫੈਸਲਾ ਲੈਣਾ ਪਿਆ ਕਿ ਅੱਗੇ ਤੋਂ ਕੋਈ ਵੀ ਜਿਹੜਾ ਕ੍ਰਿਮੀਨਲ ਕੇਸ ਆ ਕਿਸੇ ਵੀ ਪੋਲੀਟੀਸ਼ੀਅਨ ਦੇ, ਸਿਆਸਤਦਾਨ ਦੇ ਖਿਲਾਫ ਅਗਰ ਉਹ ਚੱਲ ਰਿਹਾ ਤੇ ਉਹ ਹਾਈ ਕੋਰਟ ਦੀ ਮਨਜ਼ੂਰੀ ਤੋਂ ਬਗੈਰ ਉਸ ਨੂੰ ਜਿਹੜਾ ਹੈ ਉਹ ਕਲੋਜ਼ ਨਹੀਂ ਕੀਤਾ ਜਾਵੇਗਾ, ਉਹਦੀ ਕਲੋਜ਼ਰ ਰਿਪੋਰਟ ਆ ਜਿਹੜੀ ਉਹ ਦਾਇਰ ਨਹੀਂ ਕੀਤੀ ਜਾਏਗੀ। ਇਹ ਧਿਆਨ ਦੇ ਵਿੱਚ ਰੱਖਿਆ ਜਾਵੇ। ਤੁਸੀਂ ਸਟੇਟਸ ਰਿਪੋਰਟਸ ਦੀ ਗੱਲ ਕੀਤੀ ਹੈ, ਇਹ ਗੱਲ ਉਹਨਾਂ ਨੇ ਬੜੇ ਸਪਸ਼ਟ
ਸ਼ਬਦਾਂ ਦੇ ਵਿੱਚ ਕਹਿਤੀ ਆ ਕਿ ਆਪਸ ਦੇ ਵਿੱਚ ਨਹੀਂ ਹੈ ਕਿ ਆਪਸ ਦੇ ਵਿੱਚ ਗੰਢ ਤੁੱਪ ਕਰਕੇ ਤੁਸੀਂ ਜੋ ਮਰਜ਼ੀ ਕਰੀ ਜਾਓ। ਸੋ ਮੈਨੂੰ ਲੱਗਦਾ ਇਹ ਬਹੁਤ ਦੂਰ, ਇਹ ਜਿਹੜੇ ਦੋਨੇ ਫੈਸਲੇ ਆ ਇਹਨਾਂ ਨੂੰ ਨਾਲ ਦੇਖ ਕੇ ਜੋੜ ਕੇ, ਜਿਹੜਾ ਮੈਂ ਪਹਿਲਾਂ ਜ਼ਿਕਰ ਕੀਤਾ ਸੁਪਰੀਮ ਕੋਰਟ ਦਾ, ਤੇ ਇਹ ਜਿਹੜਾ ਹੁਣ ਆਪਾਂ ਜ਼ਿਕਰ ਕਰ ਰਹੇ ਹਾਂ ਹਾਈ ਕੋਰਟ ਵੱਲੋਂ ਮਨਜ਼ੂਰੀ ਦਾ, ਇਹਨਾਂ ਨੂੰ ਦੋਨਾਂ ਨੂੰ ਨਾਲ ਜੋੜ ਕੇ ਦੇਖਣਾ ਚਾਹੀਦਾ। ਕਿਉਂਕਿ ਕਾਰਨ ਇਹਦਾ ਇਹ ਆ ਰੰਧਾਵਾ ਜੀ ਕਿ ਜਿਹੜੀ ਕ੍ਰਿਮੀਨਲਾਈਜੇਸ਼ਨ ਆਫ ਪੋਲਿਟਿਕਸ ਆ, ਜਿਹੜੀ ਆਪਾਂ ਕਹਿੰਦੇ ਆ ਬਹੁਤ ਜ਼ਿਆਦਾ ਆਪਸ ਦੇ ਵਿੱਚ ਗੰਢ ਤੁੱਪ ਆ, ਪੋਲੀਟੀਸ਼ੀਅਨਸ ਦੀ ਨੈਕਸਸ ਜਿਹਨੂੰ ਕਹਿੰਦੇ ਆ ਅਸੀਂ, ਉਹਨਾਂ ਦਾ, ਪੁਲਿਸ ਦਾ, ਐਡਮਿਨਿਸਟ੍ਰੇਸ਼ਨ ਦਾ, ਇਹ ਬਹੁਤ ਦੇਰ ਤੋਂ ਚੱਲਦਾ ਆ ਰਿਹਾ। ਤੇ ਮੈਨੂੰ ਲੱਗਦਾ ਸੁਪਰੀਮ ਕੋਰਟ ਦੇ ਇਹ ਜਿਹੜੇ ਦੋ ਅਲੱਗ-ਅਲੱਗ ਫੈਸਲੇ ਆਏ ਆ, ਇਹ ਬਹੁਤ ਅਹਿਮ ਆ। ਇਹ ਜਿਹੜੀ ਡੀਕ੍ਰਿਮੀਨਲਾਈਜੇਸ਼ਨ ਆਫ ਪੋਲਿਟਿਕਸ, ਜਿਹਨੂੰ ਆਪਾਂ ਅੰਗਰੇਜ਼ੀ ਚ ਕਵਾਂਗੇ, ਸਿਆਸਤ ਦੇ ਵਿੱਚੋਂ ਕਿਸੇ ਤਰ੍ਹਾਂ ਦਾ ਅਪਰਾਧੀ ਜਿਹੜੇ ਅੰਸਰ ਆ ਗਏ, ਅਪਰਾਧਕ ਅੰਸਰ ਆ ਗਏ ਆ, ਉਹਨਾਂ ਨੂੰ ਉੱਥੋਂ ਦੂਰ ਰੱਖਣਾ, ਉਹਨਾਂ ਚੋਂ ਉਸ ਤਰ੍ਹਾਂ ਦੇ ਅੰਸਰਾਂ ਨੂੰ ਦੂਰ ਕਰਨਾ, ਇਹ ਇੱਕ ਉਸ ਦਿਸ਼ਾ ਵੱਲ ਬੜਾ ਵਧੀਆ ਕਦਮ ਆ ਜੀ। ਮਨਪ੍ਰੀਤ ਜੀ, ਤੁਹਾਨੂੰ ਯਾਦ ਹੋਣਾ ਹੈ ਕਿ ਉਦੋਂ ਇੱਕ ਐਸਐਸਪੀ ਬੜੇ ਮਸ਼ਹੂਰ ਸੀਗੇ, ਸ਼ਾਇਦ ਉਹਨਾਂ ਦਾ ਨਾਂ ਸੁਰਿੰਦਰਪਾਲ ਸੀ, ਜੇ ਮੈਂ ਗਲਤੀ ਨਹੀਂ ਕਰ ਰਿਹਾ, ਕਿਉਂਕਿ ਨਾਂ ਲੈਣ ਚ ਕੋਈ ਬੁਰਾਈ ਨਹੀਂ, ਉਹ ਸਭ ਔਨ ਰਿਕਾਰਡ ਹੈ। ਤੇ ਇੱਕ ਵੱਡੇ ਪਰਿਵਾਰ ਦੇ ਖਿਲਾਫ ਜਦੋਂ ਕੇਸ ਵਾਪਸ ਲਏ ਜਾਂਦੇ, ਪਹਿਲਾਂ ਧੜੱਲੇ ਨਾ ਕੀਤੇ ਜਾਂਦੇ ਆ, ਫਰਮਾਇਸ਼ਾਂ ਤੱਕ ਹੋ ਜਾਂਦੀਆਂ, ਹੋਟਲਾਂ ਤੋਂ ਲੈ ਕੇ ਸਾਰੇ ਕਾਰੋਬਾਰਾਂ ਤੇ ਪਰਿਵਾਰ ਦੀਆਂ ਪ੍ਰਾਪਰਟੀਆਂ ਦੀਆਂ, ਤੇ ਫਿਰ ਬਾਅਦ ਦੇ ਵਿੱਚ ਜਦੋਂ ਗਵਰਨਮੈਂਟ ਬਦਲਦੀ ਆ ਤੇ ਉਹੀ ਅਧਿਕਾਰੀ ਜਾ ਕੇ ਉਹ ਕੇਸ ਵਾਪਸ ਲੈਣ ਲਈ ਅਦਾਲਤ ਵਿੱਚ ਚਾਰਜੋਈ ਕਰਦੇ ਆ। ਫਿਰ ਉਹਨਾਂ ਨੂੰ ਸੁਪਰੀਮ ਕੋਰਟ, ਮਾਣਯੋਗ ਹਾਈ ਕੋਰਟ ਦੇ ਵਿੱਚ ਇੱਕ ਬੜੀ ਅਜੀਬ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੋਂ ਬੜੀ ਮੁਸ਼ਕਲ ਨਾਲ ਸੁਣਿਆ ਬੜੀ ਮੁਸ਼ਕਲ ਨਾਲ ਜਾਨ ਛੁੱਟਦੀ ਆ ਕਿ ਆਖਰ ਇਹ ਕਿਹੜੀਆਂ ਪਰਿਸਥਿਤੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਆਪਾ ਵਿਰੋਧੀ ਬਿਆਨ ਦਰਜ ਕੀਤੇ ਜਾਂਦੇ ਆ। ਖੈਰ, ਹੁਣ ਜਦੋਂ ਇਹ ਕੇਸ ਮਾਣਯੋਗ ਸੁਪਰੀਮ ਕੋਰਟ ਦੇ ਸਾਹਮਣੇ ਆ, ਤਾਂ ਜੇ ਉਹ ਕੋਈ ਵਿਸ਼ੇਸ਼ ਬੈਂਚ ਕਾਇਮ ਕਰ ਦੇਣਗੇ, ਤਾਂ ਜੇ ਕਿਧਰੇ ਥੱਲੇ ਦੀਆਂ ਅਦਾਲਤਾਂ 'ਚ ਕੋਈ ਰਾਹਤ ਲੈ ਵੀ ਜਾਊਗਾ ਜ਼ੋਰਾਵਰ, ਤੇ ਸ਼ਾਇਦ ਸੁਪਰੀਮ ਕੋਰਟ ਦਾ ਉਹ ਬੈਂਚ ਦਖਲ ਦੇ ਦੇ। ਖੈਰ, ਉਮੀਦ ਤੇ ਦੁਨੀਆ ਕਾਇਮ ਆ। ਕੈਪਟਨ ਅਮਰਿੰਦਰ ਸਿੰਘ ਦਿੱਲੀ ਨੂੰ ਗਏ ਸੀ, ਉਹਨਾਂ ਗਲਿਆਰਿਆਂ 'ਚ ਕੱਲ ਕਾਫੀ ਚਰਚਾ ਰਹੀ ਆ, ਉੱਥੇ ਗੱਡੀਆਂ ਦੇ ਕਾਫਲੇ ਘੁੰਮਦੇ ਰਹੇ ਆ, ਉੱਥੇ ਲੀਡਰ ਵੀ ਪਹੁੰਚ ਗਏ ਕੈਪਟਨ ਕੈਂਪ ਦੇ। ਪਹਿਲਾਂ ਪ੍ਰਸ਼ਾਂਤ ਕਿਸ਼ੋਰ ਨੂੰ ਵੀ ਉਹਨਾਂ ਮਿਲ ਲਿਆ। ਸੋਨੀਆ ਗਾਂਧੀ ਜੀ ਨਾਲ ਮੁਲਾਕਾਤ ਕਹਿੰਦੇ ਘੰਟੇ ਭਰ ਦੀ ਰਹੀ। ਲੇਕਿਨ ਦੋ ਤਰ੍ਹਾਂ ਦੇ ਬਿਆਨ ਆ, ਇੱਕ ਤਾਂ ਤਸੱਲੀ ਭਰਪੂਰ ਮੀਟਿੰਗ, 18 ਨਿਕਾਤੀ ਪ੍ਰੋਗਰਾਮ ਦਾ ਜ਼ਿਕਰ, ਤੇ ਹਰੀਸ਼ ਰਾਵਤ ਦਾ ਕਹਿਣਾ ਕਿ ਵਜ਼ਾਰਤੀ ਰੱਦੋ ਬਦਲ ਤੇ ਗੱਲ ਨਹੀਂ ਹੋਈ। ਪੰਜਾਬੀ ਦੀ ਇੱਕ ਵੱਡੀ ਖਬਰ ਆਖਦੀ ਆ ਸਹਿਮਤੀ ਮਿਲ ਚੁੱਕੀ ਆ, ਕਦੇ ਵੀ ਸੰਭਵ ਆ ਅਗਲੇ ਹਫ਼ਤੇ 'ਚ ਵਜ਼ਾਰਤੀ ਰੱਦੋ ਬਦਲ। ਪਰ ਮੈਂ ਆਪਣੇ ਦੋਸਤਾਂ ਨੂੰ ਇਹ ਦੱਸ ਦਿਆਂ ਕਿ ਅਸੀਂ ਆਪਣੇ ਸਰੋਤ ਅਜੇ ਪੁਖਤਾ ਨਹੀਂ ਕੀਤੇ। ਹੋ ਸਕਦਾ ਅਗਲੇ ਐਪੀਸੋਡ ਤੱਕ ਤੁਹਾਨੂੰ ਅੰਦਰ ਦੀਆਂ ਸਾਰੀਆਂ ਘਟਨਾਵਾਂ ਦੇ ਰੂਬਰੂ ਕਰਾ ਸਕੀਏ ਜੇ ਸੰਭਵ ਹੋਇਆ। ਲੇਕਿਨ ਹੁਣ ਜੋ ਪ੍ਰਕਾਸ਼ਿਤ ਹੋਈਆਂ ਖਬਰਾਂ ਤੇ ਜੋ ਅੰਦਰੋਂ ਨਿਕਲ ਕੇ ਆਈਆਂ ਅਫੀਸ਼ੀਅਲ ਤੇ ਅਨਅਫੀਸ਼ੀਅਲ, ਉਹ ਮਨਪ੍ਰੀਤ ਜੀ ਤੁਹਾਡੇ ਨਾਲ ਸਾਂਝੀਆਂ ਕਰਨਗੇ। ਕੀ ਕਹਿੰਦੇ ਹੋ? ਦੇਖੋ, ਬਿਲਕੁਲ ਤੁਸੀਂ ਲਗਭਗ ਰੰਧਾਵਾ ਜੀ ਆਪਣਾ ਬਿਲਕੁਲ ਸਪਸ਼ਟ ਹੀ ਕਰ ਦਿੱਤਾ ਕਿ ਕਿਸ ਤਰ੍ਹਾਂ ਦਾ ਲਬੋ ਲਬਾਬ ਕੀ ਸੀ ਇਹਨਾਂ ਮੀਟਿੰਗਾਂ ਦਾ, ਇਹਨਾਂ ਬੈਠਕਾਂ ਦਾ। ਕੈਪਟਨ ਅਮਰਿੰਦਰ ਸਿੰਘ ਨੂੰ ਜੇ ਤੁਸੀਂ ਦੇਖੋ, ਜਦੋਂ ਆਉਂਦੇ ਨੇ ਮਿਲ ਕੇ ਤੇ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕਰਦੇ, ਕੋਈ ਮੀਡੀਆ ਨਾਲ ਗੱਲ ਨਹੀਂ ਕਰਦੇ, ਤੇ ਸ਼ਾਮ ਨੂੰ ਉਹਨਾਂ ਦੇ ਜਿਹੜੇ ਮੀਡੀਆ ਐਡਵਾਈਜ਼ਰ ਨੇ ਉਹ ਆ ਕੇ ਦੱਸਦੇ ਨੇ, ਕਿਉਂਕਿ ਬਹੁਤ ਸੋਚ ਸਮਝ ਕੇ ਫਿਰ ਇੱਕ ਟਵੀਟ ਕੀਤਾ ਜਾਂਦਾ। ਤੇ ਟਵੀਟ ਇਹ ਕੀਤਾ ਜਾਂਦਾ ਕਿ ਦੇਖੋ ਜੀ, 1 ਘੰਟਾ ਮੁਲਾਕਾਤ ਹੋਈ ਹੈ ਸਾਡੀ, ਬਹੁਤ ਸੁਖਾਵੇਂ ਮਾਹੌਲ 'ਚ ਸਾਡੀ ਮੁਲਾਕਾਤ ਹੋਈ ਆ। ਅਸੀਂ ਜਿਹੜੇ 18 ਨਿਕਾਤੀ ਪ੍ਰੋਗਰਾਮ ਦਿੱਤਾ ਸੀ ਕਾਂਗਰਸ ਹਾਈ ਕਮਾਂਡ ਨੇ, ਉਹਨੂੰ ਵਿਚਾਰਿਆ ਤੇ ਉਸ ਤੇ ਜੋ ਪ੍ਰੋਗਰੈਸ ਹੋਈ ਆ, ਅਸੀਂ ਉਹਨਾਂ ਨੂੰ ਉਸ ਤੋਂ ਜਾਣੂ ਕਰਵਾਇਆ। ਇਹ ਇੰਨਾ ਕੀ ਟਵੀਟ ਹੁੰਦਾ, ਇਸ ਉੱਤੇ ਕੋਈ ਗੱਲ ਨਹੀਂ ਹੁੰਦੀ। ਹਾਂ, ਹੁਣ ਜਿਹੜੇ ਦੂਸਰੇ ਕਿਆਸੇ ਲਾਏ ਜਾ ਰਹੇ, ਇਹਦੇ ਹੋਰ ਬੜੇ ਪਹਿਲੂ ਨੇ। ਜਿਵੇਂ ਤੁਸੀਂ ਹਰੀਸ਼ ਰਾਵਤ ਹੋਣਾ ਦੀ ਗੱਲ ਕੀਤੀ ਹੈ, ਹਰੀਸ਼ ਰਾਵਤ ਹੋਣਾ ਨੇ ਬਿਲਕੁਲ ਸਪਸ਼ਟ ਇਹ ਸ਼ਬਦਾਂ 'ਚ ਕਿਹਾ ਕਿ ਜਿਹੜੀ ਕੈਬਨਿਟ ਦੀ ਫੇਰਬਦਲ ਦੀ ਗੱਲ ਸੀ, ਉਹ ਤਾਂ ਬਿਲਕੁਲ ਅਸੀਂ ਵਿਚਾਰੀ ਨਹੀਂ ਗਈ। ਤੇ ਜੇ ਕੈਬਨਿਟ ਫੇਰਬਦਲ ਦੀ ਗੱਲ ਆ, ਵੈਸੇ ਵੀ ਇਹ ਮੁੱਖ ਮੰਤਰੀ ਦਾ ਅਧਿਕਾਰ ਖੇਤਰ ਹੁੰਦਾ, ਉਹਨਾਂ ਨੇ ਜਦੋਂ ਕਰਨੀ ਹੋਵੇ ਉਹ ਕਰ ਸਕਦੇ ਨੇ। ਸਿਰਫ ਵੱਧ ਤੋਂ ਵੱਧ ਜੇ ਉਹਨਾਂ ਨੂੰ ਇਨਫੋਰਮ ਕਰਨ ਦੀ ਲੋੜ ਆ ਤੇ ਪਾਰਟੀ ਹਾਈ ਕਮਾਂਡ ਨੂੰ ਜਾਂ ਸੋਨੀਆ ਗਾਂਧੀ ਨੂੰ, ਜਿਹੜੇ ਇਸ ਟਾਈਮ ਐਕਟਿੰਗ ਪ੍ਰੈਜ਼ੀਡੈਂਟ ਨੇ ਕਾਂਗਰਸ ਦੇ, ਉਹਨਾਂ ਨੂੰ ਇਨਫੋਰਮ ਕਰਨਾ ਹੁੰਦਾ। ਮੈਨੂੰ ਨਹੀਂ ਲੱਗਦਾ ਕਿ ਇਸ 'ਚ ਬਹੁਤ ਵੱਡੀ ਕੋਈ ਗੱਲ ਹੁੰਦੀ ਹੈ ਕਿ ਮੁੱਖ ਮੰਤਰੀ ਆਪਣੇ ਲੈਵਲ ਤੇ ਜਾਂ ਆਪਣੇ ਹੀ ਤੌਰ ਤੇ ਉਹ ਫੈਸਲਾ ਨਹੀਂ ਲੈ ਸਕਦੇ। ਸਾਰੇ ਫੈਸਲੇ ਲੈ ਸਕਦੇ, ਲੇਕਿਨ ਉਹਨਾਂ ਨੇ, ਮੁੱਖ ਮੰਤਰੀ ਨੇ, ਇਹ ਵੀ ਦੇਖਣਾ ਹੁੰਦਾ ਕਿ ਕੀ ਇਸ ਫੇਰ ਬਦਲ ਨਾਲ ਮੇਰੀ ਸਰਕਾਰ ਨੂੰ ਕੋਈ ਫਾਇਦਾ ਹੋਊਗਾ। ਜਦੋਂ ਖਾਸ ਤੌਰ ਤੇ ਬਹੁਤ ਘੱਟ ਸਮਾਂ ਰਹਿ ਗਿਆ, ਫਰਵਰੀ ਮਾਰਚ ਸਨ 2022 ਨੂੰ ਚੋਣਾਂ ਆ ਗਈਆਂ, ਤੇ ਉਸ ਤੋਂ ਪਹਿਲਾਂ ਹੀ ਤੁਹਾਨੂੰ ਪਤਾ ਕੋਡ ਆਫ ਕੰਡਕਟ ਲੱਗ ਜਾਂਦਾ। ਕਿੰਨਾ ਕੁ ਸਮਾਂ ਮਿਲੂਗਾ, ਕਿਹੜਾ ਮੰਤਰੀ ਕਿਸ ਪਾਸੇ ਬੈਠੂਗਾ, ਕਿਹੜਾ ਮੰਤਰੀ ਉਹਨਾਂ ਦੇ ਹਿਸਾਬ ਨਾਲ ਚੱਲੂਗਾ, ਤੇ ਕਿਹੜਾ ਮੰਤਰੀ ਜਿਹੜਾ 18 ਨਿਕਾਤੀ ਪ੍ਰੋਗਰਾਮ ਆ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਉਹਨਾਂ ਦੀ ਸਹਾਇਤਾ ਕਰੂਗਾ। ਬੜੇ ਕੁਝ ਉਹਨਾਂ ਨੇ ਦੇਖਣਾ, ਤੇ ਕਿਹੜੇ ਧਿਰ ਇਸ ਨਾਲ ਨਾਰਾਜ਼ ਹੋਣਗੇ, ਕਿਹੜੇ ਧਿਰ ਉਹਨਾਂ ਤੋਂ ਦੂਰ ਚਲੇ ਜਾਣਗੇ, ਇਹ ਸਾਰੀਆਂ ਜਿਹੜੀਆਂ ਗੋਟੀਆਂ ਉਹਨਾਂ ਨੇ ਬਿਠਾਉਣੀਆਂ ਹੁੰਦੀਆਂ, ਆਪਣੀਆਂ ਜਿਹੜੇ ਕਾਰਡਸ ਆ ਉਸ ਹਿਸਾਬ ਨਾਲ ਉਹਨਾਂ ਨੇ ਖੇਲਣੇ ਹੁੰਦੇ ਆ। ਸੋ ਕਹਿਣ ਦਾ ਮਤਲਬ ਇਹ ਕੋਈ ਵੱਡੀ ਗੱਲ ਨਹੀਂ। ਜਿਹੜਾ ਆਲਰੇਡੀ ਪ੍ਰਸ਼ਾਸਨ ਆ, ਜਿਹੜਾ ਆਲਰੇਡੀ ਮੰਤਰੀ ਆ, ਜਿਹੜੇ ਉਹਨਾਂ ਕੋਲ ਹੈਗੇ ਆ, ਜੇ ਉਹਨਾਂ ਤੋਂ ਹੀ ਚੁਸਤੀ ਦਰੁਸਤੀ ਦੇ ਨਾਲ ਉਹ ਕੰਮ ਲੈ ਲੈਣ, ਚੁਸਤ ਦਰੁਸਤ ਹੋ ਕੇ,
ਸਮਾਰਟਲੀ, ਤਾਂ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਫੇਰ ਬਦਲ ਦੀ ਲੋੜ ਆ, ਕਿਉਂਕਿ ਪਹਿਲਾਂ ਵੀ ਬੜੇ ਸੋਚ ਵਿਚਾਰ ਕੇ ਇਹ ਸਾਰੇ ਮੰਤਰੀ ਰੱਖੇ ਹੋਏ ਆ। ਹਾਂ, ਕਿਆਸੇ ਜ਼ਰੂਰ ਆ, ਕਿਆਸੇ ਲਾਏ ਜਾਣਗੇ, ਤੇ ਜਿਹੜੇ ਆ ਕੈਪਟਨ ਅਮਰਿੰਦਰ ਸਿੰਘ ਉਹ ਪਿਛਲੇ ਦਿਨਾਂ 'ਚ ਅਖਬਾਰਾਂ ਵੀ ਲਾਉਣਗੀਆਂ, ਜਰਨਲਿਸਟ ਵੀ ਲਾਉਣਗੇ, ਤੇ ਜਿਹੜੀ ਕੋਈ ਪੁਖਤਾ ਗੱਲ ਨਿਕਲ ਕੇ ਬਾਹਰ ਆਊਗੀ ਅਗਲੇ ਦਿਨਾਂ ਦੇ ਵਿੱਚ, ਅਸੀਂ ਉਹ ਵੀ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰਾਂਗੇ ਜੀ। ਮਨਪ੍ਰੀਤ ਜੀ, ਮੈਨੂੰ ਇੱਕ ਗੱਲ ਦੱਸਿਓ, ਮੇਰਾ ਤੌਖਲਾ ਜਿਹਾ ਹੈ, ਤੁਸੀਂ ਤਾਂ ਤਜਰਬੇਕਾਰ ਹੋ, ਮੈਨੂੰ ਇਹ ਦੱਸਿਓ ਕਿ ਮੰਨ ਲਓ ਕਿਸੇ ਪਾਰਟੀ ਕੋਲ ਜਿਹੜੀ ਸੱਤਾ 'ਚ ਆ, ਉਹਦੇ ਕੋਲ ਜਦੋਂ 50% ਤੋਂ ਵੱਧ ਅੰਕੜਾ ਹੁੰਦਾ ਤੇ ਉਹਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਦਾ, ਇਹ ਤਾਂ ਨੈਚੁਰਲ ਆ, ਉਹ ਕਿਉਂ ਨਹੀਂ 5 ਸਾਲਾਂ 'ਚ ਆਪਣੇ ਬਹੁ ਗਿਣਤੀ ਵਿਧਾਇਕਾਂ ਨੂੰ ਇੱਕ ਸਾਲ ਲਈ ਵਜ਼ੀਰ ਬਣਾ ਕੇ ਉਹਨਾਂ ਦੀ ਕਾਰਗੁਜ਼ਾਰੀ ਪਰਖਦੀ? ਚੁਣ ਕੇ ਤਾਂ ਸਾਰੇ ਐਮਐਲਏ ਵਜੋਂ ਹੀ ਆਏ ਨੇ, ਤੇ ਐਮਐਲਏ ਦੇ ਵਿੱਚੋਂ ਹੀ ਤੁਸੀਂ ਸਰਕਾਰ ਚਲਾਉਣ ਲਈ ਆਪਣੇ ਨੁਮਾਇੰਦੇ ਚੁਣਨੇ। ਫਿਰ ਤੁਸੀਂ ਆਪਣੇ ਕੁਝ ਹੱਥ ਠੋਕੇ ਰੱਖ ਕੇ 5 ਸਾਲ ਤੁਰੀ ਜਾਂਦੇ ਹੋ। ਤੁਹਾਡੇ ਕੋਲ ਇਹ ਰਾਈਟ ਹੋਣਾ ਚਾਹੀਦਾ ਕਿ ਤੁਸੀਂ ਮੰਗੋ ਕਿ ਸਾਡੇ ਹਲਕੇ ਦੇ ਐਮਐਲਏ ਨੂੰ ਵੀ ਤੁਸੀਂ ਵਜ਼ੀਰ ਬਣਾਓ। ਹੁਣ ਜੇਕਰ ਸਪੋਜ਼ ਪੰਜਾਬ ਨੂੰ ਲਈਏ ਤੇ 16 ਮੰਤਰੀ ਆ, ਤੇ 16 ਮੰਤਰੀਆਂ ਨੂੰ ਜੇ 5 ਸਾਲਾਂ 'ਚ ਬਦਲ ਕੇ ਦੇਖੋ ਤੇ ਮੇਰਾ ਜਿਹੜਾ ਹਿਸਾਬ ਕਮਜ਼ੋਰ ਆ, ਵਾਹਵਾ ਹੀ ਬਣ ਜਾਂਦੇ ਹਨਾ। ਤੁਸੀਂ ਮੈਨੂੰ ਇਹ ਦੱਸਿਓ 80 ਦੇ ਕਰੀਬ ਬੰਦੇ ਐਡਜਸਟ ਹੋ ਸਕਦੇ ਆ ਨਾ ਸਰ? ਤੇ ਇਹ 5 ਸਾਲਾਂ ਦੇ ਵਿੱਚ ਆਪਾਂ ਬੰਦਿਆਂ ਨੂੰ ਪਰਖ ਸਕਦੇ ਆ ਕਿ ਨਹੀਂ ਪਰਖ ਸਕਦੇ? ਸਾਰਿਆਂ ਨੂੰ ਕੰਮ ਕਰਨ ਦਾ ਮੌਕਾ ਮਿਲੂ, ਅਨੁਭਵ ਵੀ ਮਿਲੂ, ਔਰ ਸਾਰੇ ਇੱਕ ਤੋਂ ਵੱਧ ਇੱਕ ਵਧੀਆ ਕਾਰਗੁਜ਼ਾਰੀ ਦਿਖਾਉਣਗੇ। ਜਿਹੜਾ ਬਹੁਤ ਬਿਹਤਰੀਨ ਹੋਵੇ ਉਹਨੂੰ 2 ਸਾਲ ਦੇ ਦਿਓ, 3 ਦੇ ਦਿਓ, ਮੁੜ ਕੇ ਲੈ ਆਓ ਅਗਲੇ ਸਾਲ। ਇਹ ਹੋਣਾ ਚਾਹੀਦਾ, ਸੰਵਿਧਾਨਕ ਹੱਕ ਬਣਾ ਦੇਣਾ ਚਾਹੀਦਾ ਮਾਣਯੋਗ ਸੁਪਰੀਮ ਕੋਰਟਾਂ ਨੂੰ, ਜਾਂ ਕਿਧਰੇ ਪਾਰਲੀਮੈਂਟ 'ਚ ਪਾਸ ਕਰ ਦਿਓ ਜੀ ਕਿ ਸਾਰੇ ਹੀ ਜਿਹੜੇ ਚੁਣ ਕੇ ਆਏ ਸੱਤਾਧਾਰੀ ਧਿਰ ਦੇ ਐਮਐਲਏ, ਮੌਕਾ ਤਾਂ ਦੇ ਕੇ ਦੇਖੋ, ਕੋਈ ਛੁਪਿਆ ਰੁਸਤਮ ਹੀ ਨਿਕਲ ਆਵੇ। ਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ। ਇੱਕ ਆਈਡਲੀ ਜਿਵੇਂ ਕਹਿ ਲਓ ਸਿਚੁਏਸ਼ਨ ਬੜੀ ਵਧੀਆ ਹੋ ਸਕਦੀ ਹੈ, ਸਾਰਿਆਂ ਨੂੰ ਮੌਕੇ ਵੀ ਮਿਲਣੇ ਚਾਹੀਦੇ ਆ, ਪਰ ਗੱਲ ਦਰਅਸਲ ਰੰਧਾਵਾ ਜੀ ਇਹ ਹੁੰਦੀ ਹੈ ਕਿ ਜਿਹੜਾ ਮੁੱਖ ਮੰਤਰੀ ਆ ਉਹ ਹਮੇਸ਼ਾ ਜਿਹੜੇ ਉਹਨਾਂ ਦੇ ਚਹੇਤੇ ਹੁੰਦੇ ਆ, ਜਿਹੜੇ ਉਹਨਾਂ ਦੇ ਨਾਲ ਹੁੰਦੇ ਆ। ਆਮ ਤੌਰ ਤੇ ਅਸੀਂ ਕਹਿ ਦਿੰਦੇ ਆ ਕਿ ਮੁੱਖ ਮੰਤਰੀਆਂ ਦੀ ਜਾਂ ਜਿਹੜੇ ਉੱਚੇ ਅਹੁਦਿਆਂ ਤੇ ਬੈਠੇ ਆ, ਚਾਹੇ ਪ੍ਰਧਾਨ ਮੰਤਰੀ ਹੋਣ ਜਾਂ ਕਿਸੇ ਵੀ ਕੋਈ ਵੱਡੇ ਮੰਤਰੀ ਹੋਣ, ਉਹਨਾਂ ਦੀਆਂ ਕਈ ਵਾਰੀ ਕੋਟਰੀਜ਼ ਬਣ ਜਾਂਦੀਆਂ, ਖਾਸ ਚਹੇਤੇ ਬਣ ਜਾਂਦੇ ਆ, ਉਹਨਾਂ ਦੇ ਬਹੁਤ ਨੇੜੇ ਹੋ ਜਾਂਦੇ, ਤੇ ਉਹ ਉਹਨਾਂ ਤੇ ਵਿਸ਼ਵਾਸ ਕਰਨ ਲੱਗ ਜਾਂਦੇ ਆ, ਟਰਸਟ ਕਰਨ ਲੱਗ ਜਾਂਦੇ, ਭਰੋਸਾ ਇਸ ਕਰਕੇ ਕਰਨ ਲੱਗ ਜਾਂਦੇ ਕਿ ਉਹਨਾਂ ਨੂੰ ਸਿੱਧੀ ਅਸਿੱਧੀ ਜਾਣਕਾਰੀ ਹਰ ਤਰ੍ਹਾਂ ਦੀ ਮੁਹੱਈਆ ਕਰਾਉਂਦੇ ਨੇ, ਤੇ ਉਹਨਾਂ ਨੂੰ ਲੱਗਦਾ ਇਹੀ ਮੇਰੇ ਜਿਹੜੇ ਆ ਖੈਰਗਵਾਹ ਨੇ, ਬਾਕੀ ਜਿਹੜੇ ਆ ਉਹ ਮੇਰੇ ਵਿਰੋਧ ਚੱਲਦੇ। ਕਿਉਂਕਿ ਸੱਤਾ ਇੱਕ ਇਹੋ ਜਿਹੀ ਚੀਜ਼ ਆ, ਕਿਸੇ ਦੀ ਕੋਈ ਟਿੱਪਣੀ ਜਾਂ ਕਿਸੇ ਦੀ ਕੋਈ ਕਾਰਵਾਈ, ਜਾਂ ਦੇਖੋ ਜਿਹੜੇ ਮੁੱਖ ਮੰਤਰੀ ਦੇ ਸੋਰਸ ਆਫ ਇਨਫੋਰਮੇਸ਼ਨ ਹੁੰਦੇ ਆ ਉਹ ਬਹੁਤ ਤਰ੍ਹਾਂ ਦੇ ਹੁੰਦੇ ਆ। ਉਹਨਾਂ ਦੀਆਂ ਆਪਣੀਆਂ ਏਜੰਸੀਜ਼ ਹੁੰਦੀਆਂ ਨੇ, ਇੰਟੈਲੀਜੈਂਸ ਏਜੰਸੀਜ਼, ਉਹ ਉਹਨਾਂ ਨੂੰ ਖਬਰਾਂ ਦਿੰਦੀਆਂ ਨੇ, ਸਟੇਟ ਦੀਆਂ ਵੀ ਹੁੰਦੀਆਂ ਨੇ, ਇੱਥੋਂ ਤੱਕ ਕਿ ਮੁੱਖ ਮੰਤਰੀਆਂ ਨੂੰ ਜਿਹੜੀਆਂ ਸੈਂਟਰਲ ਏਜੰਸੀਜ਼ ਨੇ ਉਹ ਪੁਲਿਸ ਦੇ ਥਰੂ ਬਹੁਤ ਤਰ੍ਹਾਂ ਦੀਆਂ ਇਨਫੋਰਮੇਸ਼ਨ ਦਿੰਦੀਆਂ ਨੇ। ਸੋ ਉਹ ਇਨਫੋਰਮੇਸ਼ਨ ਕਿੱਥੋਂ ਆਉਂਦੀ ਹੈ, ਕਿੱਦਾਂ ਛਣ ਕੇ ਆਉਂਦੀ ਹੈ, ਕਿਹਦੇ ਖਿਲਾਫ ਆਉਂਦੀ ਹੈ, ਕਿਹਦੇ ਹੱਕ ਦੇ ਵਿੱਚ ਆਉਂਦੀ ਆ, ਇਸ ਤੇ ਮੁੱਖ ਮੰਤਰੀ ਨੇ ਬਹੁਤ ਜ਼ਿਆਦਾ ਨਿਰਭਰ ਕਰਨਾ ਹੁੰਦਾ। ਕਈ ਵਾਰੀ ਆਪ ਉਹਦਾ ਲੋਕਾਂ ਤੋਂ ਦੂਰ ਹੋ ਜਾਣਾ, ਲੋਕਾਂ ਦੇ ਨਾਲ ਰਾਬਤਾ ਨਾ ਰਹਿਣਾ, ਕਈ ਉਹਨਾਂ ਦੀਆਂ ਮਜਬੂਰੀਆਂ ਵੀ ਹੁੰਦੀਆਂ, ਇਸ ਕਰਕੇ ਉਹ ਇਹਨਾਂ ਏਜੰਸੀਜ਼ ਤੇ, ਇਹਨਾਂ ਖਾਸ ਚਹੇਤਿਆਂ ਤੇ, ਇਸ ਖਾਸ ਕੋਟਰੀ ਤੇ ਬਹੁਤ ਨਿਰਭਰ ਕਰਦੇ ਆ, ਤੇ ਉੱਥੋਂ ਹੀ ਆਪਣੇ ਫੈਸਲੇ ਲੈਂਦੇ ਆ। ਤੇ ਇਹ ਜਿਹੜੀ ਕੋਟਰੀ ਹੁੰਦੀ ਹੈ, ਇਹ ਜਿਹੜੇ ਖਾਸ ਚਹੇਤੇ ਹੁੰਦੇ ਆ, ਤੇ ਫਿਰ ਆਪਣੀ ਪੋਲਿਟਿਕਸ ਖੇਡਦੇ ਆ। ਉਹਨਾਂ ਨੂੰ ਪਤਾ ਹੁੰਦਾ ਕਿ ਮੁੱਖ ਮੰਤਰੀ ਨੂੰ ਕਿਸ ਤੋਂ ਦੂਰ ਰੱਖਣਾ, ਕਿਸ ਦੇ ਨੇੜੇ ਰੱਖਣਾ, ਤੇ ਸਾਡੇ ਹਿੱਤ ਕਿਸ 'ਚ ਆ। ਇਹ ਥੋੜਾ ਜਿਹਾ ਸੱਤਾ ਨੂੰ ਸਮਝਣ ਦੀ ਲੋੜ ਆ। ਜਦੋਂ ਇਹ ਸਮਝ ਆ ਜਾਂਦੀ ਫਿਰ ਪਤਾ ਲੱਗ ਜਾਂਦਾ। ਸਾਨੂੰ ਕਈ ਵਾਰੀ ਲੱਗਦਾ ਇਹ ਮਿਲਦੇ ਕਿਉਂ ਨਹੀਂ, ਇਹ ਬੈਠਕਾਂ ਕਿਉਂ ਨਹੀਂ ਕਰਦੇ, ਰੈਲੀਆਂ ਕਿਉਂ ਨਹੀਂ ਕਰਦੇ, ਲੋਕਾਂ ਦੇ ਸੱਥਾਂ ਦੇ ਵਿੱਚ ਜਾ ਕੇ ਕਿਉਂ ਨਹੀਂ ਬਹਿੰਦੇ। ਇਹਦੇ ਪਿੱਛੇ ਕਈ ਤਰ੍ਹਾਂ ਦੇ ਕਾਰਨ ਬਣ ਜਾਂਦੇ ਨੇ। ਤੇ ਫਿਰ ਜਦੋਂ ਸੱਤਾ ਵਾਲੇ ਲੱਗਦੇ ਕਿ ਜੇ ਮੈਂ ਕੋਈ ਵੀ ਵਿਰੋਧੀ, ਜਦੋਂ ਬੰਦਿਆਂ ਨੂੰ ਇਹ ਲੱਗਣ ਲੱਗ ਜਾਏ ਕਿ ਇਹ ਤਾਂ ਵਿਰੋਧੀ ਸੱਤਾ ਪਾਰਟੀ ਨੇ ਭੇਜਿਆ, ਜਾਂ ਸਾਡੀ ਉਹ ਪਾਰਟੀ ਨੇ ਭੇਜਿਆ ਜਿਹੜਾ ਸਾਡਾ ਵਿਰੋਧ ਕਰਦੀ ਹੈ, ਤੇ ਫਿਰ ਤੁਸੀਂ ਪਤਾ ਲੱਗ ਲਓ, ਫਿਰ ਤੁਹਾਨੂੰ ਪੱਕਾ ਜਾਣਕਾਰੀ ਹੋ ਜਾਂਦੀ ਹੈ ਕਿ ਜਿਹੜੇ ਮੁੱਖ ਮੰਤਰੀ ਜਾਂ ਮੰਤਰੀ ਆ ਉਹ ਲੋਕਾਂ ਤੋਂ, ਜਨਤਾ ਤੋਂ ਦੂਰ ਹੋ ਚੁੱਕੇ ਨੇ। ਜੀ ਬਿਲਕੁਲ ਠੀਕ ਹੈ। ਕਈ ਵਾਰੀ ਸਾਹਮਣੇ ਉਹ ਦਿਸਦਾ ਹੁੰਦਾ ਕਿ ਆ ਬੰਦਾ ਫਲਾਣੇ ਧੜੇ ਤੇ ਫਲਾਣੇ ਦਾ ਹੈ, ਪਰ ਜਦੋਂ ਉਹਦਾ ਢਿੱਡ ਫਰੋਲੋ ਤੇ ਇੰਜ ਲੱਗਦਾ ਕਿ ਇਹ ਤਾਂ ਅੰਦਰ ਹੀ ਬਹੁਤ ਵੱਡਾ ਕੁਝ ਵਾਪਰੇ। ਮੈਂ ਪੰਜਾਬੀ ਦੀ ਉਹ ਕਹਾਵਤ ਨਾਲ ਅੱਗੇ ਵਧਣਾ ਚਾਹੂੰਗਾ ਕਿ ਆਖੇ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਵਾਂ ਕੱਲੀ। ਜੇ ਕੈਪਟਨ ਸਾਹਿਬ ਦਿੱਲੀ ਗਏ ਆ, ਤੇ ਜਿਹੜੇ ਉਹ 5 ਵਜ਼ੀਰ ਆ, ਜਿਨ੍ਹਾਂ 'ਚ ਹੁਣ ਰਜ਼ੀਆ ਸੁਲਤਾਨਾ ਜੀ ਨੇ, ਔਰ ਜਿਹੜੇ ਮਾਝੇ ਵਾਲੇ 3 ਨੇ, ਤੇ ਚੌਥੇ ਚੰਨੀ ਸਾਹਿਬ, ਉਹ ਕਹਿੰਦੇ ਆ ਜੀ ਸਾਨੂੰ ਵੀ ਸਮਾਂ ਦਿਓ, ਸਾਡੀਆਂ ਵੀ ਮੁਸ਼ਕਲਾਂ ਸੁਣੋ, 18 ਉਨਕਾਤੀ ਤੇ ਕੀ ਹੋਇਆ ਅਸੀਂ ਵੀ ਆ ਕੇ ਦੱਸਣਾ, ਗਰਾਊਂਡ ਤੇ ਕੱਖ ਨਹੀਂ ਜੇ ਹੋਇਆ, ਐਵੇਂ ਕਹਿੰਦੇ ਜੇ। ਮੈਨੂੰ ਇਹ ਦੱਸਿਓ, ਲੜਾਈ ਫਿਰ ਦਿੱਲੀ ਦਰਬਾਰ ਦੇ ਵਿੱਚ ਹੀ ਤੁਰਦੀ ਰਹੂਗੀ? ਉਹ ਤਾਂ ਨਿਬੇੜ ਕੇ ਬਹਿ ਗਏ ਸੀ ਵੀ ਚੰਗਾ ਸੁਰਖਰੂ ਹੋਏ, ਇਹਨਾਂ ਵਹੀਆਂ ਤੋਂ ਪਾਸੇ ਹੋਏ ਆ, ਲੇਕਿਨ ਮੈਨੂੰ ਇੰਝ ਲੱਗਦਾ ਇਹਨਾਂ ਜਾਨ ਛੱਡਣੀ ਨਹੀਂ, ਕਹਿੰਦੇ ਸਿਰਾ ਲਾ ਦਿਆਂਗੇ ਹੁਣ। ਰੰਧਾਵਾ ਜੀ ਬਿਲਕੁਲ ਠੀਕ ਹੈ।
ਮੈਂ ਤੁਹਾਨੂੰ ਇਹ ਦੱਸਦਾ, ਆ ਜਿਹੜੀ ਆਪਾਂ ਪਹਿਲੀ ਵੀ ਗੱਲ ਕਰ ਰਹੇ ਸੀ, ਇਹ ਚ ਮੈਂ ਥੋੜੀ ਜਿਹੀ ਇੱਕ ਉਦਾਹਰਨ ਮੈਨੂੰ ਯਾਦ ਆ ਗਈ, ਮੈਂ ਉਹ ਵੀ ਦੱਸ ਦਿੰਦਾ। ਕੇਰਲ ਦੇ ਵਿੱਚ ਜਦੋਂ ਪਿਛਲੇ ਦਿਨਾਂ ਦੇ ਵਿੱਚ ਇਲੈਕਸ਼ਨਾਂ ਹੋਈਆਂ, ਇੱਕ ਉਹਨਾਂ ਦੇ ਸਿਹਤ ਮੰਤਰੀ, ਔਰਤ ਸਿਹਤ ਮੰਤਰੀ ਸੀ, ਉਹ ਬਹੁਤ ਵਧੀਆ ਕੰਮ ਕਰ ਰਹੇ ਸੀ, ਇੰਨੀ ਅਪਰੀਸੀਏਸ਼ਨ। ਲੇਕਿਨ ਜਦੋਂ ਦੂਸਰੀ ਵਾਰ ਸੱਤਾ ਆਉਂਦੀ ਹੈ ਤੇ ਉਹਨਾਂ ਨੂੰ ਬਦਲ ਕੇ ਹੋਰ ਕਿਸੇ ਨੂੰ ਲਾਇਆ ਜਾਂਦਾ। ਤੁਹਾਡੀ ਗੱਲ ਸੀ ਕਿ ਮੌਕੇ ਦੇਣੇ ਚਾਹੀਦੇ ਆ, ਇਹ ਗੱਲ ਤਾਂ ਇੱਥੇ ਕੰਪਲੀਟ ਹੋ ਗਈ। ਅੱਗੇ ਗੱਲ ਆਉਣੇ ਆ ਜਿਹੜੀ ਆਪਾਂ ਕਹਿੰਦੇ ਆ ਕਿ ਜਿਹੜੇ ਮੰਤਰੀ ਨੇ ਕੁਝ, ਤੁਸੀਂ ਚਰਨਜੀਤ ਸਿੰਘ ਚੰਨੀ ਹੋਣਾ ਦੀ ਗੱਲ ਕੀਤੀ, ਰਜ਼ੀਆ ਸੁਲਤਾਨਾ ਦੇ, ਤੇ ਤਿੰਨ ਜਿਹੜੇ ਮਾਝੇ ਦੇ ਮੰਤਰੀ ਨੇ, ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਵਿੰਦਰ ਸਿੰਘ ਸਰਕਾਰੀਆ, ਇਹ ਸਾਰੇ ਮਿਲਣਾ ਚਾਹੁੰਦੇ ਨੇ। ਬਿਲਕੁਲ ਇਹਨਾਂ ਦਾ ਹੱਕ ਆ ਮਿਲਣ ਦਾ। ਗੱਲ ਦਰਅਸਲ ਇਹ ਆ, ਤੁਸੀਂ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੇ ਉਹ ਟਵੀਟ ਕੀਤਾ ਜਿਹਦੇ ਵਿੱਚ ਉਹਨਾਂ ਨੇ ਇਹ ਮੰਗ ਕੀਤੀ ਆ ਕਿ ਕਿਸ ਤਰ੍ਹਾਂ ਹਜੇ ਤੱਕ ਜੋ ਤੁਸੀਂ ਵਾਅਦੇ ਕੀਤੇ ਸੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਾਰਵਾਈ ਨਹੀਂ ਹੋਈ। ਮੈਂ ਵਿਧਾਨ ਸਭਾ ਦੇ ਵਿੱਚ ਰੈਜ਼ੋਲੂਸ਼ਨ ਲੈ ਕੇ ਆਉਂਗਾ, ਰੈਜ਼ੋਲੂਸ਼ਨ ਦੇ ਵਿੱਚ ਜਿਹੜੀਆਂ ਰਿਪੋਰਟਾਂ ਸੀਲਡ ਲਿਫਾਫਿਆਂ ਦੇ ਵਿੱਚ ਪਈਆਂ ਉਹ ਖੋਲੀਆਂ ਜਾਣਗੀਆਂ ਤਾਂ ਕਿ ਅਸੀਂ ਉਹ ਮਤਾ ਪਾਸ ਕਰਾਂਗੇ। ਉਸ ਤੋਂ ਬਾਅਦ ਸੱਤਾ ਦੇ ਵਿੱਚ ਫੇਰ ਇੱਕ ਵਾਰੀ ਤੁਸੀਂ ਦੇਖੋ ਤੇਜ਼ੀ ਆ ਗਈ ਹੈ, ਖਾਸ ਤੌਰ ਤੇ ਪੰਜਾਬ ਦੀ ਸੱਤਾ ਦੇ ਵਿੱਚ, ਤੇ ਇਹਨਾਂ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਵੀ ਹੁੰਦੀ ਆ। ਆਉਣ ਵਾਲੇ ਦਿਨ ਜੇ ਆਪਾਂ ਇਹ ਸੋਚ ਲਈਏ ਕਿ ਆਪਸ 'ਚ ਰਲ ਕੇ ਚੱਲਣਗੇ, ਇੰਡੀਕੇਸ਼ਨ ਸਾਨੂੰ ਮਿਲ ਗਏ, ਸੰਕੇਤ ਮਿਲ ਚੁੱਕੇ ਆ, ਆਪਸ ਦੇ ਵਿੱਚ ਰਲ ਕੇ ਚੱਲਣ ਵਾਲੀ ਕੋਈ ਗੱਲ ਨਹੀਂ। ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਸਾਰਾ ਦਾਰੋਮਦਾਰ ਆ ਜਾਂ ਉਹਨਾਂ ਦਾ ਜੋ ਇਸ ਟਾਈਮ ਜ਼ੋਰ ਲੱਗਾ ਹੋਇਆ, ਉਹ ਇਸੇ ਗੱਲ ਤੇ ਲੱਗਾ ਕਿ ਜੇ ਮੈਂ ਆ ਕੇ ਕੁਝ ਨਾ ਫਰਕ ਪਾਇਆ ਜਾਂ ਨਾ ਕਰ ਸਕਿਆ ਤੇ ਮੇਰੀ ਪ੍ਰਧਾਨਗੀ ਫੇਲ ਆ, ਤੇ ਜੇ ਮੈਂ ਕਰ ਜਾਣਾ ਤੇ ਸ਼ਾਇਦ ਮੈਨੂੰ ਜਿਹੜੀ ਮੇਰੀ ਵੀ ਕੋਈ ਪ੍ਰਮੋਸ਼ਨ ਹੋ ਸਕਦਾ ਮੈਨੂੰ ਇਲੈਕਸ਼ਨਾਂ ਤੱਕ ਪ੍ਰੋਜੈਕਟ ਕਰ ਦੇਣ। ਇਹ ਸਾਰਾ ਕੁਝ ਨਾਲ ਦੀ ਨਾਲ ਚੱਲ ਰਿਹਾ। ਤੇ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਜਿਹੜੀ ਤੁਸੀਂ 5 ਮੰਤਰੀਆਂ ਦੀ ਗੱਲ ਕਰ ਰਹੇ ਹੋ, ਜਿਹੜੀ ਆਪਾਂ ਕੀਤੀ ਹੈ, ਜਿਹੜੇ ਉਹ ਮਿਲਦੇ ਨੇ, ਉਹਨਾਂ ਨੂੰ ਵੀ ਸਪੋਰਟ ਚਾਹੀਦੀ ਹੈ ਕਿ ਤਾਂ ਕਿ ਸਰਕਾਰੀ ਦਰਬਾਰੇ ਜਾ ਕੇ ਜਾਂ ਉਹਨਾਂ ਦੇ ਪਾਰਟੀ ਪ੍ਰਧਾਨ ਨੂੰ ਕੋਈ ਇਹ ਕਹਿ ਸਕੇ ਕਿ ਹਾਂਜੀ ਨਵਜੋਤ ਸਿੰਘ ਸਿੱਧੂ ਵਧੀਆ ਕੰਮ ਕਰ ਰਹੇ ਨੇ ਜਾਂ ਚੰਗਾ ਕੰਮ ਕਰ ਰਹੇ ਨੇ। ਇਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਕੈਪਟਨ ਅਮਰਿੰਦਰ ਸਿੰਘ ਦੇ ਵੀ ਜਿਹੜੇ ਬਹੁਤ ਚਹੇਤੇ ਨੇ ਉਹ ਵੀ ਆਪਣੇ ਤੌਰ ਤੇ ਮਿਲਦੇ ਹੋਣਗੇ, ਉਹਨਾਂ ਨਾਲ ਵੀ ਕੱਲ ਮੁਲਾਕਾਤ ਕਰਕੇ ਆਏ ਨੇ। ਸੋ ਇਹ ਸਾਰਾ ਕੁਝ ਸੱਤਾ ਨਾਲ ਦੀ ਨਾਲ ਚੱਲੂਗੀ। ਸੱਤਾ ਜਿਹੜੀ ਆਉਣ ਵਾਲੇ ਦਿਨਾਂ 'ਚ ਇਹ ਰੂਪ ਅਖਤਿਆਰ ਕਰੂਗੀ। ਇੰਨਾ ਸੌਖਾ ਨਹੀਂ ਹੈ ਕਿ ਆਪਸ ਦੇ ਵਿੱਚ ਚੁੱਪ ਕਰਕੇ ਬਹਿ ਜਾਣ ਤੇ ਟਿੱਪਣੀਆਂ ਆਉਣੀਆਂ ਬੰਦ ਹੋ ਜਾਣ। ਜੀ ਮਨਪ੍ਰੀਤ ਜੀ, ਮੈਂ ਪਹਿਲਾਂ ਟਿੱਪਣੀ ਕੀਤੀ ਕਿ ਅਕਸਰ ਪੰਥ ਖਤਰੇ 'ਚ ਹੁੰਦਾ ਜਦੋਂ ਅਕਾਲੀ ਪੋਲਿਟਿਕਸ ਦੇ ਉੱਤੇ ਖਤਰਾ ਹੁੰਦਾ, ਲੇਕਿਨ ਅੱਜ ਇਸ ਵੇਲੇ ਪੰਜਾਬ ਵੀ ਬਾਰਡਰ ਸਟੇਟ ਹੋਣ ਦਾ ਖਤਰਾ ਦਰਸਾਇਆ ਜਾ ਰਿਹਾ। ਹੋ ਸਕਦਾ ਇਸ ਤਰ੍ਹਾਂ ਦੀ ਸਮਗਲਿੰਗ, ਹਥਿਆਰਾਂ ਦਾ ਆਉਣਾ ਜਾਣਾ, ਬਾਕੀ ਚੀਜ਼ਾਂ ਰੂਟੀਨ 'ਚ ਵੀ ਹੋਣ, ਹੋ ਸਕਦਾ ਹੁਣ ਜ਼ਿਆਦਾ ਪ੍ਰਮੁੱਖਤਾ ਨਾਲ ਵਧੀਆਂ ਵੀ ਹੋਣ, ਲੇਕਿਨ ਅਮਿਤ ਸ਼ਾਹ ਨੂੰ ਮਿਲਣ ਵੇਲੇ ਕੈਪਟਨ ਅਮਰਿੰਦਰ ਸਿੰਘ ਦਾ ਇਸ ਮਸਲੇ ਤੋਂ ਇਲਾਵਾ ਕਿਸਾਨੀ ਮਸਲੇ ਨੂੰ ਹੱਲ ਕਰਨ ਤੇ ਜ਼ੋਰ ਦੇਣਾ ਕਿ ਇਹ ਸੈਂਸਿਟਿਵ ਸਟੇਟ ਆ, ਇੱਥੇ ਅੰਦੋਲਨ ਸਾਨੂੰ ਵਾਰਾ ਨਹੀਂ ਖਾਂਦੇ, ਇਹ ਮਸਲਾ ਹੱਲ ਕਰ ਦਿਓ ਜੀ। ਤੇ ਉਹਨਾਂ ਦਾ ਜਿਹੜੀ ਬਾਡੀ ਲੈਂਗੁਏਜ ਸੀ, ਅਮਿਤ ਸ਼ਾਹ ਨਾਲ ਹੱਥ ਘੁੱਟਣੀ ਸੀ ਤੇ ਮੁਸ਼ਕੜੀਏ ਹੱਸਣਾ ਸੀ, ਪੰਜਾਬੀ ਦਾ ਸ਼ਬਦ ਆ, ਤੇ ਉਹ ਕੁਝ ਤੁਹਾਨੂੰ ਅਰਥ ਦਿੰਦਾ? ਬਿਲਕੁਲ ਦਿੰਦਾ ਜੀ। ਦੇਖੋ, ਇੱਕ ਤਾਂ ਮੈਨੂੰ ਜਿਹੜੀ ਕੱਲ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਜਾ ਕੇ ਡਿਸਕਸ਼ਨ ਕੀਤੀ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਾ ਨਾਲ, ਉਹ ਕੀਤੀ ਹੈ ਪੰਜਾਬ ਦੇ ਹਾਲਾਤਾਂ ਬਾਰੇ। ਪੰਜਾਬ ਦੇ ਹਾਲਾਤ ਸੁਖਾਵੇਂ ਕਿਉਂਕਿ ਆਪਸ ਦੇ ਵਿੱਚ ਸੱਤਾ ਕੀ ਚੱਲਦੀ ਆ, ਆਪਸ ਦੇ ਵਿੱਚ ਖਹਿਬਾਜ਼ੀ ਕੀ ਹੁੰਦੀ ਹੈ, ਰਾਜਨੀਤੀ ਸਿਆਸਤ ਕੀ ਆ, ਇਹਦਾ ਲੋਕਾਂ ਤੇ ਸਿੱਧਾ ਜਾਂ ਅਸਿੱਧਾ ਅਸਰ ਹੋਵੇ ਨਾ ਹੋਵੇ, ਲੇਕਿਨ ਪੰਜਾਬ ਦੇ ਮਾਹੌਲ ਦਾ ਅਸਰ ਸਿੱਧਾ ਲੋਕਾਂ ਤੇ ਹੁੰਦਾ, ਸੁਰੱਖਿਆ ਨਾ ਹੁੰਦਾ। ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਟਿਫਨ ਬੰਬ ਦੀ ਵੀ ਗੱਲ ਆਈ, ਜਦੋਂ ਗ੍ਰਨੇਡ ਫੜੇ ਗਏ, ਡਰੋਨਸ ਜਿਹੜੀਆਂ ਹੈ ਉਹ ਗੱਲਾਂ ਆਈਆਂ। ਸੋ ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਤਾਂ ਜਾ ਕੇ ਗ੍ਰਹਿ ਮੰਤਰੀ ਤੋਂ 25 ਕੰਪਨੀਆਂ ਮੰਗੀਆਂ, ਜਿਹੜੀਆਂ ਸੈਂਟਰਲ ਆਰਮਡ ਪੁਲਿਸ ਫੋਰਸਿਸ ਆ, ਉਹਨਾਂ ਦੀਆਂ ਕੰਪਨੀਆਂ ਮੰਗੀਆਂ ਕਿ ਸਾਨੂੰ ਚਾਹੀਦੀਆਂ। ਦੂਸਰੀ ਗੱਲ ਜਿਹੜੀ ਉਹਨਾਂ ਨੇ ਦੱਸੀ ਹੈ ਕਿ ਜਿਹੜੇ ਪੰਜਾਬ ਦੇ ਖਾਸ ਤੌਰ ਤੇ ਮੰਦਿਰ ਨੇ, ਡੇਰੇ ਨੇ, ਨਿਰੰਕਾਰੀ ਭਵਨ ਨੇ, ਇਹ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਖਤਰਾ। ਇੱਥੋਂ ਤੱਕ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਕਿਸਾਨਾਂ ਦੇ ਕੁਝ ਆਗੂ ਨੇ, 5 ਖਾਸ ਤੌਰ ਤੇ ਉਹਨਾਂ ਨੇ ਨਾਮ ਨਹੀਂ ਦੱਸੇ, ਇਹ ਜਿਹੜੇ ਆ ਕਿਉਂਕਿ ਗ੍ਰਹਿ ਮੰਤਰੀ ਦੇ ਨਾਲ ਜ਼ਰੂਰ ਸਾਂਝੇ ਕੀਤੇ ਹੋਣਗੇ, ਇਹਨਾਂ ਨੂੰ ਵੀ ਜਾਨ ਦਾ ਖਤਰਾ। ਇਸੇ ਤਰ੍ਹਾਂ ਉਹਨਾਂ ਨੇ ਤਮਾਮ ਜਿਹੜੀਆਂ ਜਾਣਕਾਰੀ ਦਿੱਤੀਆਂ ਕਿ ਸਾਨੂੰ ਜਿਹੜੀ ਬਾਰਡਰ ਸਟੇਟ ਆ, ਇਸ ਲਈ ਖਤਰਾ ਬਣਿਆ ਹੋਇਆ, ਤੇ ਇਸ ਕਰਕੇ ਸਾਡੀ ਜਿਹੜੀ ਸੁਰੱਖਿਆ ਹੈ ਉਹ ਬਹੁਤ ਇੰਪੋਰਟੈਂਟ ਆ। ਦੂਸਰੀ ਗੱਲ ਉਹਨਾਂ ਨੇ ਕਿਹਾ ਕਿ ਜਿਹੜੀ ਆਉਣ ਵਾਲੀ ਰਬੀ ਕ੍ਰੌਪ ਆ, ਕਣਕ ਦੀ ਜਿਹੜੀ ਫਸਲ ਆ, ਉਹਦੇ ਲਈ ਸਾਨੂੰ ਘੱਟੋ ਘੱਟ 5.5 ਲੱਖ ਮੀਟ੍ਰਿਕ ਟਨ DAP ਖਾਦ ਚਾਹੀਦੀ ਹੈ। ਇੱਥੇ ਮੈਂ ਥੋੜਾ ਜਿਹਾ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਕੋਲੇ ਹੁਣ ਕੋਆਪਰੇਟਿਵ ਮਹਿਕਮਾ ਵੀ ਆ,
ਕਾਰਪੋਰੇਸ਼ਨ ਦਾ ਪਿਛਲੇ ਦਿਨਾਂ 'ਚ ਜਦੋਂ ਫੇਰ ਬਦਲ ਹੋਇਆ ਸੀ ਤੇ ਇਹਨਾਂ ਨੂੰ ਕਾਰਪੋਰੇਸ਼ਨ, ਸੋ ਉਹਨਾਂ ਨੇ ਖਾਦ ਵੀ ਮੰਗੀ ਹੈ ਤੇ ਕਿਸਾਨਾਂ ਦੇ ਮਸਲੇ ਨੂੰ ਉਹਨਾਂ ਨੇ ਕਿਹਾ ਕਿ ਜਿੰਨੀ ਜਲਦੀ ਤੁਸੀਂ ਹੱਲ ਕਰ ਸਕੋ ਇਹਨਾਂ ਨਾਲ ਗੱਲਬਾਤ ਕਰੋ, ਨਹੀਂ ਤਾਂ ਕਿਉਂਕਿ ਇਸ ਚੀਜ਼ ਦਾ ਜਿਹੜਾ ਫਾਇਦਾ ਉਹ ਗੁਆਂਢੀ ਮੁਲਕ ਜਾਂ ਜਿਹੜੀਆਂ ਉਹ ਏਜੰਸੀਆਂ ਬੈਠੀਆਂ ਹੋਈਆਂ ਨੇ ਉਹ ਬਹੁਤ ਜਲਦੀ ਚੱਕਣਗੇ। ਦੇਖੋ ਇੱਕ ਚੀਜ਼ ਤੁਹਾਨੂੰ ਮੈਂ ਦੱਸਦਾ, ਕੁਛ ਜਿਹੜੇ ਰੈਡੀਕਲ ਬੰਦੇ ਨੇ, ਜਿਹੜੇ ਕੁਛ ਇਸ ਤਰ੍ਹਾਂ ਦੇ ਖਾੜਕੂ ਜਿਹੜੇ ਜਿਨ੍ਹਾਂ ਦੀ ਮਾਨਸਿਕਤਾ, ਉਹ ਜ਼ਰੂਰ ਜਦੋਂ ਇਸ ਤਰ੍ਹਾਂ ਦੇ ਸਟੇਟ ਦੇ ਵਿੱਚ ਕਿਸੇ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਚੱਲ ਰਹੇ ਹੋਣ ਜਾਂ ਇਸ ਤਰ੍ਹਾਂ ਦੇ ਵਿਰੋਧ ਚੱਲ ਰਹੇ ਹੋਣ ਤੇ ਸਟੇਟ ਉਸ ਨਾਲ ਉਲਝਿਆ ਹੋਵੇ ਤੇ ਆਪਸੀ ਸਿਆਸਤ ਵੀ ਦੇਖੋ ਪਾਰਟੀ ਦੀ ਉਹ ਵੀ ਉਲਝੀ ਹੋਵੇ, ਤੇ ਇਹ ਇਹੋ ਜਿਹੇ ਮੌਕੇ ਹੁੰਦੇ ਨੇ, ਕੋਈ ਵੀ ਜਿਹੜਾ ਵਿਰੋਧੀ ਆ ਜਾਂ ਤੁਹਾਡਾ ਦੁਸ਼ਮਣ ਆ ਉਹ ਉਸ ਦਾ ਫਾਇਦਾ ਲੈਣਾ ਚਾਹੁੰਦਾ। ਇਹ ਸਾਰੀਆਂ ਗੱਲਾਂ ਉਹਨਾਂ ਨੇ ਅਮਿਤ ਸ਼ਾਹ ਨੂੰ ਦੱਸੀਆਂ ਕਿ ਬਾਰਡਰ ਸਟੇਟ ਆ, ਇਸ ਨੂੰ ਬਹੁਤ ਧਿਆਨ ਨਾਲ ਤੁਸੀਂ ਦੇਖੋ ਤੇ ਸਾਨੂੰ ਕੰਪਨੀਆਂ ਚਾਹੀਦੀਆਂ ਨੇ। ਸੋ ਇਸ ਗੱਲ ਦੀ ਬੜੀ ਉਹਨਾਂ ਨੇ ਵਿਚਾਰ ਤੇ ਜਿਹੜੀ ਵਿਸਥਾਰ ਦੇ ਨਾਲ ਉਹਨਾਂ ਨਾਲ ਚਰਚਾ ਕੀਤੀ। ਆਉਣ ਵਾਲੇ ਦਿਨ ਜਿਹੜੇ ਦੇਖਦੇ ਆ ਕਿ ਕੇਂਦਰ ਸਰਕਾਰ ਕਿਸ ਤਰ੍ਹਾਂ ਧਿਆਨ ਦਿੰਦੀ ਹੈ, ਕਿਉਂਕਿ ਇੱਕ ਗੱਲ ਉਹਨਾਂ ਨੇ ਕਹੀ ਕਿ ਪੰਜਾਬ ਨੂੰ ਤੁਸੀਂ ਅੱਖੋਂ ਪਰੋਲੇ ਨਾ ਕਰੋ, ਇਸ ਤੇ ਪੂਰਾ ਕੇਂਦਰ ਰੱਖੋ, ਆਪਣਾ ਧਿਆਨ ਇੱਧਰ ਲਾਓ, ਤਾਂ ਹੀ ਸਾਡੇ ਮਸਲੇ ਹੱਲ ਨੇ। ਕਿਤੇ ਇਹ ਨਾ ਹੋਵੇ ਕਿ ਬੈਠੇ ਬਿਠਾਇਆ ਇੱਕ ਹੋਰ ਹੀ ਮਸਲਾ ਪੰਜਾਬ 'ਚ ਬਣ ਜਾਵੇ। ਜੀ ਬਿਲਕੁਲ ਠੀਕ ਹੈ, ਲੇਕਿਨ ਚੰਗਾ ਹੁੰਦਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਬੁਨਿਆਦੀ ਮੁੱਦਿਆਂ ਤੇ ਵੀ ਗੱਲ ਕਰਦੇ। ਪੰਜਾਬ ਕੋਲ ਆਪਣੀ ਰਾਜਧਾਨੀ ਦਾ ਮਸਲਾ ਪੈਂਡਿੰਗ ਆ, ਪਾਣੀਆਂ ਦੇ ਮਾਮਲੇ ਮਾਣਯੋਗ ਸੁਪਰੀਮ ਕੋਰਟ 'ਚ ਪਏ ਨੇ, ਉਹ ਕਹਿੰਦੇ ਤੁਸੀਂ ਬਹਿ ਕੇ ਨਿਬੇੜ ਲਓ। ਬਹਿ ਕੇ ਨਿਬੇੜਨ ਲਈ ਕੇਂਦਰ ਦਾ ਜਿਹੜਾ ਹੱਥ ਚਾਹੀਦਾ ਹੈ ਉਹ ਕਵੇ ਸਾਰੇ ਸੂਬਿਆਂ ਨੂੰ। ਲੇਕਿਨ ਇਸ ਤੋਂ ਇਲਾਵਾ ਵੀ ਪੰਜਾਬ ਦੇ ਬੜੇ ਮਸਲੇ ਆ ਜਿਨ੍ਹਾਂ ਦੇ ਵਿੱਚ ਕਰਜ਼ੇ ਨਾਲ ਜੁੜੇ ਮਸਲੇ ਆ। ਪੰਜਾਬ ਦਾ ਪੂਰਾ ਵਿਕਾਸ ਰੁਕ ਜਾਂਦਾ ਕਿਉਂਕਿ ਸਾਰੀ ਇਨਕਮ ਜਿਹੜੀ ਆ ਉਹ ਤਨਖਾਹਾਂ ਦੇਣ 'ਚ ਨਿਕਲ ਜਾਂਦੀ ਆ। ਫਿਰ ਵੀ ਇਸ ਵੇਲੇ ਸੰਤੁਸ਼ਟੀ ਵਰਗੀ ਕੋਈ ਗੱਲ ਕਰਾਉਣ 'ਚ ਅਸਫਲ ਸਰਕਾਰ ਮੁਲਾਜ਼ਮਾਂ ਦੀ। ਕੈਪਟਨ ਅਮਰਿੰਦਰ ਸਿੰਘ ਕੋਈ ਵੱਡਾ ਪੈਕੇਜ ਮੰਗ ਸਕਦੇ ਸੀਗੇ, ਲੇਕਿਨ ਕਿਉਂਕਿ ਜਿਹਨੂੰ ਜੋ ਵਾਰਾ ਖਾਂਦਾ ਉਹ ਉਵੇਂ ਹੀ ਅੱਗੇ ਵੱਧਦਾ ਹੈ। ਖੈਰ, ਪੰਜਾਬ ਦੇ ਪੋਲੀਟੀਸ਼ੀਅਨ ਜੇ ਇਸ ਸਾਰੇ ਮਾਮਲਿਆਂ ਦੇ ਵਿੱਚ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਮੋਦੀ ਕੋਲ ਜਾ ਕੇ ਮਿਲਣ ਤਾਂ ਉਹ ਕਹਿੰਦੇ ਆ ਕਿ ਦੇਣ ਦੂਣ ਲੱਗੇ, ਜੇ ਉਹਨਾਂ ਨੂੰ ਸਿਆਸੀ ਵਾਰਾ ਖਾਂਦੇ ਹੋਣ ਤਾਂ ਕਾਫੀ ਹੱਥ ਖੁੱਲਾ ਵੀ ਕਰ ਦਿੰਦੇ ਆ। ਸਾਡੇ ਮੰਗਣ ਵਾਲਿਆਂ ਨੂੰ ਮੰਗਣਾ ਹੀ ਨਹੀਂ ਆਉਂਦਾ। ਉਹ ਸਰਤਾਜ ਕਹਿੰਦਾ ਹੁੰਦਾ ਨਾ ਵੀ ਜੇ ਮੰਗਣਾ ਆਵੇ ਤੇ ਫੇਰ ਹੀ ਮੰਗ ਰੱਖੋ, ਅਦਰਵਾਈਜ਼ ਨਾ ਰੱਖੋ। ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।